ਇਹ ਮੈਂ ਦੱਸ ਦੇਵਾਂ ਕਿ ਜਿਹੜੀ ਏਕਲ ਵਿਦਿਆਲਿਆ ਜਿਹੜੀ ਸੰਸਥਾ ਵਾ ਬਜਟ ਉਹਦਾ ਬਹੁਤ ਵੱਡਾ। ਉਹ ਜਿਹੜੀ ਸੰਸਥਾ ਵਾ ਉਹਦੇ ਕੁਝ ਕੁ ਹੈੱਡਕੁਆਟਰ ਅਮਰੀਕਾ ਵਰਗੇ ਦੇਸ਼ਾਂ 'ਚ ਤੇ ਕੈਨੇਡਾ ਵਰਗੇ ਜਿਹੜੇ ਆਪਣੇ ਦੇਸ਼ ਨੇ ਉਹਨਾਂ 'ਚ ਵੀ ਹੈ। ਤੇ ਇਹ ਹੈ ਕਿ ਅਰਬਾਂ ਕਰੋੜਾਂ ਰੁਪਏ ਹੈ ਬਜਟ ਜਿਹੜਾ ਉਹਦਾ। ਉੱਥੇ ਇੱਕ ਬੀਬੀ ਨੇ ਸਾਨੂੰ ਇਹ ਸਵਾਲ ਕੀਤਾ ਕਿ ਜੇ ਤੁਸੀਂ ਆਹ ਵਿਦਿਆਲਾ ਸਾਡਾ ਬੰਦ ਕਰਵਾ ਰਹੇ ਹੋ ਫਿਰ ਇਹਦੀ ਜਗ੍ਹਾ ਤੇ ਸਾਨੂੰ ਕੋਈ ਆਪਣਾ ਖੋਲ ਕੇ ਦਿਓ। ਉੱਥੇ ਮੈਂ ਸੱਚ ਦੱਸਾਂ ਕਿ ਮੈਂ ਉੱਥੇ ਚੁੱਪ ਹੋ ਗਿਆ। ਕਰ ਛੋਟੀ ਜੀ ਇੱਕ ਚਿੰਗਾਰੀ ਹੀ ਰੱਖ ਦਿੱਤੀ ਜਾਵੇ, ਜੇ ਛੋਟੀ ਜੀ ਲਹਿਰ ਸ਼ੇਰ ਆਪਣੇ ਜੇ ਉਹਨੂੰ ਛੇੜ ਦਿਆਂਗੇ ਛੋਟੀ ਜੀ ਲਹਿਰ ਨੂੰ ਤਾਂ ਲੋਕੀ ਆਪਣੇ ਆਪ ਹੀ ਇਹਦੇ ਬਾਰੇ ਜਿਹੜੇ ਜਾਗਰੂਕ ਹੋ ਜਾਣਗੇ। ਬਸ ਇਹ ਹੈ ਕਿ ਲਹਿਰ ਛੇੜਨ ਦੀ ਗੱਲ। ਇੱਕ ਬੇਨਤੀ ਕਰਦਾ, ਜਿੰਨੀ ਦੇਰ ਤੱਕ ਤੁਹਾਡਾ ਸਿੱਖ ਐਜੂਕੇਸ਼ਨ ਬੋਰਡ ਨਹੀਂ ਹੈ ਨਾ ਉਨੀ ਦੇਰ ਤੱਕ ਤੁਹਾਨੂੰ ਪ੍ਰੋਬਲਮਸ ਰਹਿਣਗੀਆਂ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ ਕਿ ਏਕਲ ਵਿਦਿਆਲਿਆ ਦੇ ਮੁੱਦੇ ਦੇ ਉੱਪਰ ਗੱਲਬਾਤ ਚੱਲਦੀ ਸੀ। ਸਾਡੇ ਸਤਿਕਾਰਯੋਗ ਵੀਰ ਗੁਰਦਾਸਪੁਰ ਦੀ ਧਰਤੀ ਤੋਂ ਆਏ ਨੇ ਜਿਨ੍ਹਾਂ ਨੇ ਸਾਨੂੰ ਕਾਫੀ ਜਾਣਕਾਰੀਆਂ ਦਿੱਤੀਆਂ ਨੇ, ਕਿਉਂਕਿ ਇਹਨਾਂ ਨੇ ਪਿੰਡ ਪੱਧਰ ਦੇ ਉੱਪਰ ਜਾਣਕਾਰੀਆਂ ਇਕੱਠੀਆਂ ਕੀਤੀਆਂ। ਫਿਰ ਜਾਣਿਆ ਵੀ ਏਕਲ ਵਿਦਿਆਲਿਆ ਐਸਾ ਕੀ ਪੜ੍ਹਾਇਆ ਜਾ ਰਿਹਾ ਹੈ। ਫਿਰ ਇਹਨਾਂ ਨੇ ਵਿਕੀਪੀਡੀਆ ਤੇ ਜਾ ਕੇ ਖੋਜ ਕੀਤੀ, ਗੂਗਲ ਦੇ ਉੱਪਰ ਸਰਚ ਕੀਤੀ, ਆਪਣੇ ਸਹਿਯੋਗੀਆਂ ਦੇ ਨਾਲ ਗੱਲਬਾਤ ਕੀਤੀ। ਆਖਰਕਾਰ ਪਤਾ ਲੱਗਾ ਕਿ ਉਹੀ ਏਜੰਡਾ ਹਿੰਦੁਸਤਾਨ ਵਾਲਾ, ਉਹੀ ਪੁਰਾਣਾ ਰਾਗ ਜੋ ਲੰਮੇ ਸਮੇਂ ਤੋਂ ਅਲਾਪਿਆ ਜਾ ਰਿਹਾ ਰਾਸ਼ਟਰਵਾਦ ਵਾਲਾ, ਉਹੀ ਗੱਲਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਰਾਸ਼ਟਰਵਾਦੀ ਪੇਸ਼ ਕਰਨ ਦਾ। ਪਿਛਲੇ ਦਿਨਾਂ ਦੇ ਅੰਦਰ ਵੀ ਜਦੋਂ ਗੱਲ ਚੱਲੀ ਸੀ ਨਾ ਵੀ ਬਾਲ ਦਿਵਸ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਪੁੱਤਰਾਂ ਦੇ ਨਾਮ ਤੇ ਹੋਵੇ, ਤੇ ਮੇਰੇ ਖਿਆਲ ਦੇ ਵਿੱਚ ਸਾਡੇ ਸਿੱਖ ਬੜੇ ਜਜ਼ਬਾਤੀ ਹੋ ਜਾਂਦੇ ਨੇ। ਮੈਂ ਕਈ ਵਾਰੀ ਕਹਿੰਦਾ ਵੀ ਜਜ਼ਬਾਤੀ ਨਾ ਹੋਵੋ, ਵਿਵੇਕੀ ਹੋਵੋ। ਜਜ਼ਬਾਤੀ ਹੋ ਕੇ ਬੜੇ ਚੌੜੇ ਹੋ ਗਏ, ਵਾਹ ਬਈ ਵਾਹ ਕਿਆ ਬਾਤ ਹੈ ਬਾਲ ਦਿਵਸ। ਮੈਂ ਕਈ ਵਾਰੀ ਕਹਿੰਦਾ ਸਾਹਿਬਜ਼ਾਦਿਆਂ ਦੀ ਹਿਸਟਰੀ ਵਿੱਚ ਮੈਨੂੰ ਕੋਈ ਬਾਲਾਂ ਵਾਲੀ ਗੱਲ ਲੱਗੀ ਨਹੀਂ। ਇਸੇ ਕਰਕੇ ਤਾਂ ਉਹਨਾਂ ਨੂੰ ਬਾਬੇ ਕਿਹਾ ਜਾਂਦਾ ਹੈ, ਕਿਉਂਕਿ ਛੋਟੀ ਉਮਰ ਦੇ ਅੰਦਰ ਜੇ ਬਾਲਾਂ ਵਾਲੀ ਗੱਲ ਹੁੰਦੀ ਤੇ ਸੂਬੇ ਸਰਹੰਦ ਦੀ ਕਚਹਿਰੀ ਦੇ ਅੰਦਰ ਅਵਸ਼ ਧਿਆਨ ਖਿਡੌਣਿਆਂ ਵਾਲੇ ਪਾਸੇ ਚਲਾ ਜਾਂਦਾ, ਅਵਸ਼ ਧਿਆਨ ਖਾਣ ਪੀਣ ਵਾਲੇ ਪਦਾਰਥਾਂ ਵੱਲ ਚਲਾ ਜਾਂਦਾ। ਪਰ ਉਹਨਾਂ ਦਾ ਧਿਆਨ ਉਸ ਸਿਧਾਂਤ ਤੇ ਉਸ ਮਿਸ਼ਨ ਦੇ ਨਾਲ ਜੁੜਿਆ ਹੋਇਆ ਸੀ ਜਿਹੜਾ ਉਹਨਾਂ ਦੇ ਬਾਪ ਦਾਦਿਆਂ ਨੇ ਬੜੇ ਲੰਮੇ ਸਮੇਂ ਤੋਂ ਆਰੰਭ ਕੀਤਾ ਸੀ। ਉਸ ਮਿਸ਼ਨ ਵੱਲ ਉਹਨਾਂ ਦਾ ਧਿਆਨ ਜੁੜਿਆ ਹੋਇਆ ਸੀ ਜਿਸ ਮਿਸ਼ਨ ਦੀ ਸ਼ੁਰੂਆਤ ਬਾਬੇ ਨਾਨਕ ਦੇਵ ਨੇ ਦੁਨੀਆ ਦੇ ਅੰਦਰ 1469 ਦੇ ਵਿੱਚ ਪ੍ਰਕਾਸ਼ ਹੋਣ ਤੋਂ ਬਾਅਦ ਦੁਨੀਆ ਦੇ ਅੱਗੇ ਰੱਖੀ ਸੀ। ਸੋ ਇਸ ਕਰਕੇ ਸਾਨੂੰ ਸਮਝਣਾ ਪੈਣਾ ਵੀ ਇਸ ਤਰ੍ਹਾਂ ਦਾ ਤਰੀਕਾ ਜਿਹੜਾ ਨਾ ਸਾਹਿਬਜ਼ਾਦਿਆਂ ਨੂੰ ਬਾਲ ਦਿਵਸ ਨਾਲ ਜੋੜ ਦੇਣਾ, ਫਿਰ ਉਹਨਾਂ ਨੂੰ ਦੇਸ਼ ਭਗਤੀ ਨਾਲ ਜੋੜ ਦੇਣਾ ਵੀ ਦੇਖੋ ਕੈਸੇ ਦੇਸ਼ ਭਗਤ ਸਨ। ਫਿਰ ਹੌਲੀ ਹੌਲੀ ਇਹ ਵਿਚਾਰ ਦੇ ਦੇਣੀ ਵੀ ਜੇ ਛੋਟੇ ਸਾਹਿਬਜ਼ਾਦੇ ਮੁਸਲਮਾਨਾਂ ਦੇ ਖਿਲਾਫ ਲੜ ਸਕਦੇ ਨੇ ਤੇ ਤੁਸੀਂ ਸਿੱਖੋ ਕਿਉਂ ਨਹੀਂ ਲੜਦੇ। ਮੈਂ ਕਈ ਵਾਰੀ ਕਹਿੰਦਾ ਵੀ ਇਹ ਨਾ ਇੱਕ ਲੜਾਈ ਜਿਹੜੀ ਹੈ ਬੜੇ ਢੰਗ ਦੀ ਬਣਾਈ ਜਾ ਰਹੀ ਹੈ। ਸਾਨੂੰ ਬੜਾ ਸੁਚੇਤ ਹੋਣਾ ਪੈਣਾ ਹੈ। ਜਿੰਨੀ ਦੇਰ ਤੱਕ ਅਸੀਂ ਵਿਵੇਕੀ ਨਹੀਂ ਨਾ ਹੁੰਦੇ ਉਨੀ ਦੇਰ ਤੱਕ ਕੋਈ ਹੱਲ ਨਿਕਲਣਾ ਬੜਾ ਮੁਸ਼ਕਲ ਹੈ। ਇਸ ਕਰਕੇ ਸਿੱਖ ਸਮਾਜ ਨੂੰ ਬੇਨਤੀ ਕਰਾਂਗਾ ਥੋੜ੍ਹੇ ਵਿਵੇਕੀ ਹੋਈਏ ਤੇ ਆਪਾਂ ਕੋਸ਼ਿਸ਼ ਕਰੀਏ ਵੀ ਪੋਜ਼ਿਟਿਵ ਹੋ ਕੇ ਹੱਲ ਵਾਲੇ ਪਾਸੇ ਚੱਲੀਏ। ਹੁਣ ਮਨ ਦੇ ਵਿੱਚ ਖਿਆਲ ਆਵੇਗਾ ਵੀ ਇਹਦਾ ਹੱਲ ਕੀ ਹੈ। ਹੁਣ ਹੱਲ ਬੜੇ ਪਿਆਰ ਦੇ ਵਿੱਚ ਸੁਣਿਆ ਜੇ। ਗੱਲ ਚੱਲੀ ਸੀ ਏਕਲ ਵਿਦਿਆਲਿਆ ਦੀ। ਵੀਰ ਜੀ ਨੇ ਦੱਸਿਆ ਵੀ ਪਿੰਡਾਂ ਦੇ ਅੰਦਰ ਖਾਸ ਕਰਕੇ ਇਹਨਾਂ ਨੇ ਗਰੀਬ ਪਰਿਵਾਰਾਂ ਦੀਆਂ ਬੱਚੀਆਂ, ਉਹਦੇ ਵਿੱਚ ਵੀ ਜ਼ਿਆਦਾਤਰ ਬੱਚੇ ਨਹੀਂ ਹੈ, ਜ਼ਿਆਦਾਤਰ ਬੱਚੀਆਂ ਬੇਟੀਆਂ, ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਹਨਾਂ ਨੂੰ ਲਿਆ ਗਿਆ ਕਿਸੇ ਨੂੰ 800 ਰੁਪਈਆ ਤੇ 1000 ਰੁਪਈਆ। ਹੁਣ ਮੈਨੂੰ ਇੱਕ ਚੀਜ਼ ਦੱਸਿਆ ਜੇ ਵੀ 800 ਤੋਂ 1000 ਰੁਪਈਆ ਕਿੱਡੀ ਕੁ ਵੱਡੀ ਰਕਮ ਹੁੰਦਾ ਹੈ। 800 ਤੋਂ 1000 ਰੁਪਈਆ ਦੇ ਕੇ ਤੇ ਉਹਨਾਂ ਨੂੰ ਕਹਿ ਦਿੱਤਾ ਵੀ ਸ਼ਾਮੀ 3 ਵਜੇ ਤੋਂ ਬਾਅਦ ਪੜ੍ਹਾਉਣਾ ਹੈ। ਅਗਲੀ ਕਹਿੰਦੀ ਚੱਲ ਕੋਈ ਨਾ, ਜੇ ਕਿਸੇ ਸਕੂਲ ਦੇ ਵਿੱਚ ਵੀ ਲੱਗੀ ਹੋਵਾਂਗੀ ਤੇ 2-2:30 ਵਜੇ ਆ ਜਾ ਕਰਾਂਗੀ, 3 ਵਜੇ ਆਹ ਕੰਮ ਕਰ ਲਿਆ ਕਰਾਂਗੇ। ਕਿਉਂਕਿ ਇਸ ਦੇਸ਼ ਦੇ ਵਿੱਚ ਉਹ ਕੰਮ ਨਹੀਂ ਨਾ ਵੀ ਤੁਸੀਂ 6 ਘੰਟੇ 8 ਘੰਟੇ ਤੋਂ ਵੱਧ ਕੰਮ ਨਹੀਂ ਕਰ ਸਕਦੇ। ਉੱਥੇ ਤੇ ਇਸ ਤਰੀਕੇ ਨਾਲ ਚੱਲਦਾ ਪਿਆ ਨਾ ਵੀ ਚਲੋ ਠੀਕ ਹੈ ਜਿੰਨਾ ਚਿਰ ਕੰਮ ਹੁੰਦਾ ਕਰੀ ਜਾਓ। ਉਹ ਬੱਚੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਉਹ ਬੱਚੀਆਂ ਪਿੰਡਾਂ ਦੇ ਵਿੱਚ ਵਰਕ ਲੱਗ ਪਈਆਂ ਕਰਨ। ਜਦੋਂ ਹੁਣ ਇਹ ਵੀਰ ਜਾ ਕੇ ਮਿਲਦੇ ਨੇ, ਇਹ ਜਾ ਕੇ ਕਈ ਪਰਿਵਾਰਾਂ ਵਿੱਚ ਅਵੇਅਰ ਕਰਦੇ ਨੇ ਤੇ ਉਹ ਅੱਗੋਂ ਜਵਾਬ ਮਿਲਦਾ ਸਾਨੂੰ ਤੇ ਐਸਾ ਕੁਝ ਨਹੀਂ ਲੱਗਦਾ। ਦੇਖੋ ਜੀ ਗੁਰੂਆਂ ਬਾਰੇ ਵੀ ਪੜ੍ਹਾਇਆ ਜਾ ਰਿਹਾ ਹੈ, ਐਜੂਕੇਸ਼ਨ ਵੀ ਦਿੱਤੀ ਜਾ ਰਹੀ ਹੈ ਤੇ ਜੇ ਕਿਤੇ ਇਹ ਸਮਝਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਅਗਲੀ ਗੱਲ ਜਿਹੜੀ ਆਉਂਦੀ ਹੈ ਜਿੱਥੇ ਇਹਨਾਂ ਨੂੰ ਚੁੱਪ ਕਰਨਾ ਪੈਂਦਾ ਉਹ ਮੈਂ ਦੱਸ ਦਿੰਦਾ। ਕਹਿੰਦੇ ਦੱਸੋ ਜੀ 800 ਤੋਂ 1000 ਰੁਪਈਆ ਕੁੜੀ ਲੈ ਰਹੀ ਹੈ ਨਾ ਤੇ ਤੁਸੀਂ ਦੇ ਦਿਓ, ਅਸੀਂ ਇਹ ਕੰਮ ਛੱਡ ਦਿੰਦੇ ਹਾਂ। ਸਾਡੀ ਕੁੜੀ ਤੇ ਤਨਖਾਹ ਕਿਉਂ ਮਾਰਦੇ ਹੋ? ਜੇ ਸਾਡੀ ਕੁੜੀ ਕਮਾ ਰਹੀ ਹੈ ਤਾਂ ਤੁਹਾਨੂੰ ਤਕਲੀਫ ਕੀ ਹੈ? ਤੇ ਇਹ ਉੱਥੇ ਸ਼ਾਂਤ ਹੋ ਜਾਂਦੇ ਨੇ। ਹੁਣ ਅਵੇਅਰ ਕਰ ਸਕਦੇ ਨੇ ਪਰ ਕਿਸੇ ਦੀ ਆਰਥਿਕ ਹਾਲਤ ਜਿਹੜੀ ਹੈ ਉਹਨੂੰ ਇਹ ਬਦਲ ਨਹੀਂ ਸਕਦੇ। ਇਹ ਬੜਾ ਮਾਮਲਾ ਕਲੀਅਰ ਹੈ। ਤੇ ਮੈਨੂੰ ਇੰਜ ਲੱਗਦਾ ਵੀ ਜੇ ਇੱਕ ਪਿੰਡ ਦੇ ਵਿੱਚ ਅਸੀਂ ਲੰਗਰ ਲਾਉਣਾ ਹੋਵੇ ਤਾਂ ਲੱਖ ਰੁਪਈਆ ਇਕੱਠਾ ਕਰ ਲੈਂਦੇ ਹਾਂ
ਤੇ ਜੇ ਉਸ ਲੱਖ ਰੁਪਏ ਨੂੰ, ਮੈਂ ਨਹੀਂ ਕਹਿੰਦਾ ਲੰਗਰ ਬੰਦ ਕਰੋ, ਮੈਂ ਕਹਿੰਦਾ ਵੀ ਥੋੜਾ ਜਿਹਾ ਆਪਣੇ ਬੱਚਿਆਂ ਤੇ ਆਪਣੀ ਪੀੜ੍ਹੀ ਦੇ ਉੱਪਰ ਲਾ ਦਈਏ ਤੇ ਮਸਲਾ ਹੱਲ ਹੋ ਸਕਦਾ ਹੈ। ਜੇ 800 ਤੋਂ 1000 ਰੁਪਈਆ ਇੱਕ ਬੱਚੀ ਲੈ ਰਹੀ ਹੈ ਤੇ ਇੱਕ ਪਿੰਡ ਦੇ ਵਿੱਚ ਕਿਸੇ ਵਿੱਚ ਇੱਕ ਵਿਦਿਆਲਿਆ ਖੁੱਲ੍ਹਿਆ ਹੈ, ਕਿਸੇ ਵਿੱਚ 2 ਵਿਦਿਆਲਿਆ ਖੁੱਲ੍ਹੇ ਨੇ ਤੇ ਕਿਸੇ ਵਿੱਚ 3 ਵਿਦਿਆਲਿਆ ਖੁੱਲ੍ਹੇ ਨੇ, ਮੇਰਾ ਮੰਨਣਾ ਤੇ ਇਹ ਹੈ ਵੀ ਆਪਣੀ ਲੀਕ ਵੱਡੀ ਕਰ ਦਈਏ। ਅਸੀਂ ਉਹਨਾਂ ਬੱਚਿਆਂ ਨੂੰ ਗੁਰਮਤ ਦਾ ਗਿਆਨ ਦੇ ਕੇ, ਜੋ ਮੇਰੇ ਖਿਆਲ ਦੇ ਵਿੱਚ ਕਰੀਬ 1 ਹਫ਼ਤਾ ਤੋਂ ਲੈ ਕੇ 1 ਮਹੀਨੇ ਦੇ ਅੰਦਰ ਬੇਸਿਕ ਨੌਲੇਜ ਜਿਹੜੀ ਹੈ ਇੱਕ ਪ੍ਰਚਾਰਕ ਵੀਰ ਦੇ ਸਕਦਾ ਹੈ। ਇੱਕ ਪਿੰਡ ਦੇ ਵਿੱਚ ਜਾ ਕੇ ਇਹਨਾਂ ਦੀ ਤਨਖਾਹ ਪਹਿਲਾਂ ਨਿਯਤ ਕਰ ਦਿੱਤੀ ਜਾਵੇ ਵੀ ਤੁਹਾਨੂੰ 10,000 ਰੁਪਈਆ ਤਨਖਾਹ ਮਿਲੇਗੀ ਤੇ ਤੁਹਾਡਾ ਕੰਮ ਕੀ ਹੈ। ਹੁਣ ਬੜੇ ਪਿਆਰ ਦੇ ਨਾਲ ਗੱਲ ਨੂੰ ਸੁਣਿਆ ਜੀ ਵੀ 10,000 ਰੁਪਈਆ ਤੁਹਾਨੂੰ ਤਨਖਾਹ ਮਿਲੇਗੀ, ਤੁਹਾਡਾ ਕੰਮ ਕੀ ਹੈ। ਤੁਹਾਡੇ ਅੰਡਰ 5 ਪਿੰਡ ਆਉਣਗੇ ਤੇ 5 ਪਿੰਡਾਂ ਦੇ ਅੰਦਰ ਇੱਕ ਬੱਚੀ ਨਿਯਤ ਕੀਤੀ ਜਾਵੇ ਜਿਹਦੀ ਤਨਖਾਹ ਜੇ ਉਹ 800 ਤੋਂ 1000 ਦੇ ਰਹੇ ਨੇ ਤੇ ਜੇ 2000 ਤੋਂ 2500 ਵੀ ਸ਼ੁਰੂਆਤ ਵਿੱਚ ਦੇ ਦਿਆਂਗੇ ਤੇ ਮੈਨੂੰ ਨਹੀਂ ਲੱਗਦਾ ਵੀ ਇੱਕ ਪਿੰਡ ਵਾਸਤੇ ਕੋਈ ਬਹੁਤ ਵੱਡਾ ਕੰਮ ਖੁੰਦਾ ਹੈ। ਹੁਣ ਇੱਕ ਪ੍ਰਚਾਰਕ ਦੇ ਅੰਡਰ 5 ਪਿੰਡ ਆ ਗਏ, ਅੰਦਾਜ਼ਾ ਲਾ ਕੇ ਦੇਖਿਆ ਜੇ ਤੇ 5 ਪਿੰਡਾਂ ਦੇ ਅੰਦਰ ਇੱਕ ਬੱਚੀ ਜਿਹੜੀ ਹੈ ਉਹਨੂੰ ਰੁਜ਼ਗਾਰ ਦੇ ਦਿੱਤਾ ਗਿਆ ਤੇ 1 ਮਹੀਨੇ ਦਾ ਪੈਸਾ ਕਿੰਨਾ ਬਣਿਆ, 10,000 ਬਣਿਆ ਪ੍ਰਚਾਰਕ ਦਾ ਤੇ ਕਰੀਬ ਜੇ ਆਪਾਂ 2,500 ਰੁਪਈਆ ਇੱਕ ਬੱਚੀ ਨੂੰ ਦਈਏ ਤੇ 5 ਪਿੰਡਾਂ ਦਾ ਲਾਈਏ ਤੇ ਮੇਰੇ ਖਿਆਲ 12,500 ਰੁਪਈਆ। ਹੁਣ 12,500 ਤੇ 10,000 ਕਿੰਨਾ ਬਣਿਆ, ਅੰਦਾਜ਼ਾ ਲਾ ਕੇ ਦੇਖਿਆ ਜੇ ਕਰੀਬ 22,500 ਰੁਪਈਆ। 22,500 ਰੁਪਈਆ ਮਹੀਨਾ ਦੇ ਵਿੱਚ ਤੁਹਾਡੇ 5 ਪਿੰਡ ਸਾਂਭੇ ਜਾਂਦੇ ਆ ਔਰ ਬੜਾ ਸੁਖਾਲਾ ਕੰਮ ਹੋ ਸਕਦਾ ਹੈ। ਤੇ ਸਿਲੇਬਸ ਕਿਹੜਾ ਹੈ, ਮੈਂ ਇੱਥੇ ਵੀ ਬੇਨਤੀ ਕਰਦੇ ਹਾਂ, ਜਿਹੜਾ ਪ੍ਰਮਾਣਿਕ ਸਿਲੇਬਸ ਹੈ ਜਾਂ ਕਿਸੇ ਕਾਲਜ ਵਿੱਚ ਪੜ੍ਹਾਇਆ ਜਾਂਦਾ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪਦਾ ਹੈ ਤੇ ਉੱਥੇ 5 ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਜਾਣ, ਮੈਨੂੰ ਆਸ ਹੈ ਵੀ ਇਹ ਕੰਮ ਹੋ ਸਕਦਾ ਹੈ ਤੇ ਕਹਿ ਦੇਣ ਵੀ ਇਹ ਸਿਲੇਬਸ ਸਾਨੂੰ ਚਾਹੀਦਾ ਹੈ। ਸਾਡੇ 5 ਪਿੰਡਾਂ ਦੀ ਪੰਚਾਇਤ ਤੁਹਾਡੇ ਕੋਲ ਆਈ ਹੈ, ਸਿਲੇਬਸ ਤੁਸੀਂ ਦੇ ਦਿਓ, ਪੜ੍ਹਾਉਣ ਵਾਲਿਆਂ ਦਾ ਪ੍ਰਬੰਧ ਹੋ ਗਿਆ। ਤੇ ਇਹ ਜਿਹੜੇ ਪ੍ਰਚਾਰਕ ਵੀਰ ਨੇ ਹੁਣ ਇਹ ਭੈੜੇ ਵੀ ਬਣਦੇ ਪਏ ਨੇ, ਕਿਉਂਕਿ ਜਦੋਂ ਇਹ ਗੱਲਾਂ ਕਹਿਣਗੇ ਤੇ ਜਿਹੜੇ ਕੰਮ ਕਰਦੇ ਪਏ ਨੇ ਉਹਨਾਂ ਨੂੰ ਚੰਗੇ ਥੋੜ੍ਹਾ ਲੱਗਣੇ ਨੇ। ਮੇਰਾ ਮੰਨਣਾ ਇਹ ਹੈ ਵੀ ਇੱਕ ਪਿੰਡ ਨੂੰ ਖਰਚਾ ਕਿੰਨਾ ਬਣ ਗਿਆ। ਹੁਣ 5 ਪਿੰਡਾਂ ਦਾ ਮੈਂ ਲਾਇਆ ਸੀ 22,500 ਰੁਪਈਆ। ਹੁਣ ਜੇ 22,500 ਰੁਪਈਆ 5 ਪਿੰਡਾਂ ਦਾ ਹੈ ਤੇ ਇੱਕ ਪਿੰਡ ਨੂੰ ਕਿੰਨਾ ਆ ਗਿਆ, ਇੱਕ ਪਿੰਡ ਨੂੰ ਜਨਾਬ 5,000 ਰੁਪਈਆ ਮਹੀਨਾ ਨਹੀਂ ਆਉਂਦਾ। ਜੇ ਪਲਾਨ ਬਣਾ ਕੇ ਆਪਾਂ ਕੰਮ ਕਰੀਏ ਤੇ ਜੇ ਪ੍ਰਦੇਸ਼ ਤੋਂ ਕੋਈ ਵੀਰ ਕਰਨਾ ਚਾਹੁੰਦਾ ਹੈ ਤੇ ਮੇਰੇ ਖਿਆਲ ਦੇ ਵਿੱਚ ਬਿਲਕੁਲ ਤੁਸੀਂ ਸਹਿਯੋਗ ਕਰੋ। ਅਸੀਂ 5 ਮੈਂਬਰੀ ਕਮੇਟੀ ਬਣਾ ਦਿਆਂਗੇ। 5 ਮੈਂਬਰੀ ਕਮੇਟੀ ਦੇ ਵਿੱਚ ਸਿਆਣੇ ਪੁਰਸ਼ ਲੈ ਲਵਾਂਗੇ, ਉਹ ਬਿਲਕੁਲ ਨਿਸ਼ਕਾਮ ਹੋਣਗੇ, ਉਹਨਾਂ ਦੀ ਕੋਈ ਤਨਖਾਹ ਨਹੀਂ ਹੋਵੇਗੀ, ਉਹਨਾਂ ਨੂੰ ਕੋਈ ਸਪੈਸ਼ਲ ਭੱਤਾ ਨਹੀਂ ਹੋਵੇਗਾ, ਉਹ ਬਿਲਕੁਲ ਨਿਸ਼ਕਾਮ ਹੋਣਗੇ ਤੇ ਉਹਨਾਂ ਦਾ ਸਿਰਫ ਇਹ ਕੰਮ ਹੋਏਗਾ ਕਿ ਉਹ ਵੀਰ ਜਿਹੜੇ ਨੇ ਕਿਸੇ ਨੇ ਪ੍ਰਦੇਸ਼ ਤੋਂ ਭੇਜਿਆ ਪੈਸਾ, ਉਹ ਕਿਵੇਂ ਅਕਾਊਂਟ ਦੇ ਵਿੱਚ ਆਇਆ ਤੇ ਉਹਨੂੰ ਅੱਗੇ ਜੇ ਵੀਰ ਨੂੰ 10,000 ਰੁਪਈਆ ਤਨਖਾਹ ਦਿੱਤੀ ਤੇ ਉਹ 10,000 ਰੁਪਈਆ ਚੈੱਕ ਦੇ ਥਰੂ ਇਹਨਾਂ ਦੇ ਅਕਾਊਂਟ ਦੇ ਵਿੱਚ ਜਾਵੇਗਾ। ਜੇ ਬੱਚੀਆਂ ਨੂੰ 2500 ਰੁਪਈਆ ਅਸੀਂ ਦਿੱਤਾ ਜੀ, ਉਹ 800 ਤੋਂ 1000 ਰੁਪਈਏ ਵਿੱਚ ਬੇਟੀਆਂ ਕੰਮ ਕਰਦੀਆਂ ਨੇ ਤੇ ਸਾਡੇ ਕੋਲ ਉਹ ਬੇਟੀਆਂ 2500 ਰੁਪਈਏ 'ਚ ਕੰਮ ਕਿਉਂ ਨਹੀਂ ਕਰਨਗੀਆਂ, ਜ਼ਰੂਰ ਅਵਸ਼ ਕੰਮ ਕਰਨਗੀਆਂ। ਹੁਣ ਇੱਕ ਬੇਟੀ ਨੂੰ ਜੇ 2500 ਰੁਪਈਆ ਵੀ ਤਨਖਾਹ ਦਿੱਤੀ ਗਈ ਤੇ ਉਹ ਵੀ ਵਿਦ ਚੈੱਕ ਦੇ ਨਾਲ ਦਿੱਤੀ ਜਾਵੇਗੀ ਤੇ ਮੇਰੇ ਖਿਆਲ ਦੇ ਵਿੱਚ ਨਾ ਕੋਈ ਠੱਗੀ ਨਾ ਕੋਈ ਹੀਰਾ ਫੇਰੀ ਤੇ ਕੰਮ 5 ਪਿੰਡ ਸਾਂਭੇ ਜਾਣਗੇ। ਤੇ ਜੇ ਪੂਰਾ ਪੰਜਾਬ ਸਾਂਭਣਾ ਹੋਵੇ ਤੇ ਮੇਰੇ ਖਿਆਲ ਦੇ ਵਿੱਚ ਇਹੀ ਪਲਾਨ 5-5 ਜਿਹੜਾ ਆ ਅੱਗੇ ਦੀ ਅੱਗੇ ਵੱਧਦਾ ਜਾਵੇਗਾ ਤੇ ਅੱਗੇ ਜਾ ਕੇ ਜਿਹੜਾ ਮੇਨ ਹੋਵੇਗਾ ਪੂਰੇ ਦੇ ਪੂਰੇ ਜ਼ਿਲ੍ਹੇ ਨੂੰ ਕਵਰ ਕਰੇਗਾ। ਬੜਾ ਸੌਖਾ ਕੰਮ ਹੋ ਸਕਦਾ, ਵੱਡਾ ਕੰਮ ਨਹੀਂ ਹੈ। ਜੇ ਥੋੜਾ ਜਿਹਾ ਧਿਆਨ ਗੋਚਰੀ ਆਪਾਂ ਕਰ ਲਈਏ ਤੇ ਇਹ ਕੰਮ ਹੋ ਸਕਦੇ ਨੇ। ਸੋ ਆਓ ਆਪਾਂ ਵੀਰ ਜੀ ਦੇ ਕੋਲੋਂ ਜਾਣਕਾਰੀ ਲੈਂਦੇ ਹਾਂ, ਕਿਉਂਕਿ ਪਿਛਲੇ ਦਿਨਾਂ ਦੇ ਅੰਦਰ ਇਹਨਾਂ ਨੇ ਸਾਡੇ ਨਾਲ ਕਾਫੀ ਵਿਚਾਰਾਂ ਕੀਤੀਆਂ ਸੀ। ਮਸਲੇ ਦੇ ਹੱਲ ਵਾਲੇ ਪਾਸੇ ਚੱਲੀਏ, ਮਸਲਾ ਉਲਝਾਈਏ ਨਾ, ਇੰਜ ਕਹਿ ਲਈਏ ਵੀ ਮਸਲੇ ਦਾ ਹੱਲ ਕੀ ਕੱਢੀਏ। ਇੱਕ ਛੋਟੀ ਜਿਹੀ ਮੈਂ ਤੁਹਾਨੂੰ ਉਦਾਹਰਨ ਦੇਣਾ ਦੋਸਤੋ। ਤਰਨਤਾਰਨ ਸਾਹਿਬ ਦੇ ਲਾਗੇ ਪਿੰਡ ਪੈ ਜਾਂਦਾ ਪਖੋਕੇ, ਔਰ ਜੇ ਉੱਥੋਂ ਗੱਲ ਕਰੀਏ ਬੜਾ ਵੱਡਾ ਪੀਰਖਾਨਾ ਸੀ ਜਿਹਨੂੰ ਦੁਨੀਆ ਲੱਖ ਦਾਤਾ ਵੀ ਕਹਿ ਦਿੰਦੀ ਹੈ, ਨਗਾਹੇ ਵਾਲਾ ਵੀ ਕਹਿ ਦਿੰਦੀ ਹੈ, ਸਖੀ ਸਰਵਰ ਕਹਿ ਦਿੰਦੀ ਹੈ, ਸਖੀ ਸੁਲਤਾਨ ਕਹਿ ਦਿੰਦੀ ਹੈ, ਬੜੇ ਨਾਮਾਂ ਨਾਲ ਉਹਨੂੰ ਚੇਤੇ ਕੀਤਾ ਜਾਂਦਾ ਹੈ। ਉੱਥੇ ਬੜਾ ਵੱਡਾ ਹੈੱਡਕੁਆਟਰ ਸੀ ਉਹਨਾਂ ਦਾ। ਸੱਚੇ ਪਾਤਸ਼ਾਹ ਨੇ ਤਰਨਤਾਰਨ ਸਾਹਿਬ ਦੇ ਇਲਾਕੇ ਦੀ ਚੋਣ ਕੀਤੀ ਤੇ ਉਸ ਇਲਾਕੇ ਦੇ ਅੰਦਰ ਸਰੋਵਰ ਦੀ ਕਾਰ ਸੇਵਾ ਆਰੰਭ ਕਰ ਦਿੱਤੀ। ਇੰਜ ਕਹਿ ਲਈਏ ਵੀ ਮੰਜਾ ਇੱਥੇ ਡਾਲਿਆ। ਜਦੋਂ ਸਰੋਵਰ ਦੀ ਕਾਰ ਸੇਵਾ ਆਰੰਭ ਕੀਤੀ ਤੇ ਲੋਕਾਂ ਦੀ ਸਹੂਲਤ ਵਾਸਤੇ, ਕਿਉਂਕਿ ਉਹਨਾਂ ਦਿਨਾਂ ਦੇ ਅੰਦਰ ਜਿਵੇਂ ਅੱਜ ਕੱਲ੍ਹ ਕਰੋਨਾ ਦੀ ਬੜੀ ਗੱਲ ਚੱਲਦੀ ਪਈ ਹੈ, ਸਮੇਂ ਦੇ ਉੱਪਰ ਕਿਸੇ ਵੇਲੇ ਪਲੇਗ ਦੀ ਬੜੀ ਵੱਡੀ ਗੱਲ ਚੱਲਦੀ ਸੀ, ਉਸ ਸਮੇਂ ਦੇ ਅੰਦਰ ਕੋਹੜ ਦੀ ਬਿਮਾਰੀ ਨੂੰ ਬੜੀ ਵੱਡੀ ਭਿਆਨਕ ਮਹਾਮਾਰੀ ਵਜੋਂ ਪੇਸ਼ ਕੀਤਾ ਜਾਂਦਾ ਸੀ। ਸੱਚੇ ਪਾਤਸ਼ਾਹ ਕਹਿੰਦੇ ਤੁਹਾਡਾ ਬੜਾ ਵੱਡਾ ਭੁਲੇਖਾ ਹੈ ਵੀ ਕੋਹੜ ਛੂਤ ਦੀ ਬਿਮਾਰੀ ਹੈ। ਅਸਲ ਦੇ ਅੰਦਰ ਇਹ ਛੂਤ ਦੀ ਬਿਮਾਰੀ ਨਹੀਂ ਹੈ, ਇਹ ਟੱਚ ਕਰਨ ਨਾਲ ਕੋਹੜ ਨਹੀਂ ਜੇ ਹੁੰਦਾ, ਇਹ ਪੱਕੀ ਗੱਲ ਹੈ। ਨਾਲੇ ਕਹਿ ਦਿੱਤਾ ਵੀ ਇਹ ਇਲਾਜ ਨਹੀਂ ਹੈ, ਇਲਾਜ ਕਰਨ ਨਾਲ ਇਹ ਠੀਕ ਵੀ ਹੋ ਜਾਂਦਾ ਹੈ।
ਪਰ ਉਹ ਲੋਕ ਡਰੇ ਹੋਏ ਸਨ। ਪਾਤਸ਼ਾਹ ਨੇ ਕੋਹੜੀ ਆਸ਼ਰਮ ਉਸ ਧਰਤੀ ਤੇ ਖੋਲ੍ਹ ਕੇ ਤੇ ਮਾਨਵਤਾ ਦੀ ਸੇਵਾ ਦਾ ਬੜਾ ਵੱਡਾ ਪੈਗਾਮ ਦਿੱਤਾ। ਦੁਨੀਆ ਆਪਣੇ ਆਪ ਇੱਧਰ ਆਉਣੀ ਸ਼ੁਰੂ ਹੋ ਗਈ। ਸੋ ਕਹਿਣ ਤੋਂ ਭਾਵ ਕਿ ਜੇ ਏਕਲ ਵਿਦਿਆਲਿਆ ਨਾਮ ਦੀ ਕੋਈ ਸੰਸਥਾ, ਜਿਹਨੂੰ 2005 ਦੇ ਅੰਦਰ ਕਾਂਗਰਸ ਪਾਰਟੀ ਨੇ ਕਿਹਾ ਸੀ ਕਿ ਇਹ ਫਿਰਕੂ ਸਿੱਖਿਆ ਦੇ ਰਹੇ ਨੇ, ਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ, ਨਾ ਅਸੀਂ ਕਾਂਗਰਸੀ ਹਾਂ, ਨਾ ਅਸੀਂ ਭਾਜਪਾਈ ਹਾਂ, ਨਾ ਅਸੀਂ ਆਪ ਵਾਲੇ ਹਾਂ, ਅਸੀਂ ਤੇ ਕਾਮਨ ਮੈਨ ਆ ਨਾ, ਆਮ ਸਿੱਖ ਹਾਂ। ਇੱਕ ਪੰਜਾਬ ਦਾ ਦਰਦ ਰੱਖਦੇ ਹਾਂ, ਇੱਕ ਚਿੰਤਕ ਹਾਂ, ਤੇ ਪੰਜਾਬ ਦਾ ਦਰਦ ਰੱਖਦੇ ਹੋਏ ਇਹ ਵਿਚਾਰਾਂ ਦੇਣ ਲੱਗ ਪੈਨੇ ਆ। ਮੇਰਾ ਮੰਨਣਾ ਇਹ ਹੈ ਵੀ ਹੁਣ ਆਪਾਂ ਮਸਲੇ ਦਾ ਹੱਲ ਕੱਢੀਏ, ਤੇ ਹੱਲ ਇਹ ਕੱਢੀਏ ਵੀ ਜੇ ਏਕਲ ਵਿਦਿਆਲਿਆ ਇੱਕ ਪਿੰਡ ਦੇ ਵਿੱਚ 2 ਬੱਚੀਆਂ ਨੂੰ 800 ਤੋਂ 1000 ਰੁਪਈਆ ਦਿੰਦਾ ਹੈ, ਤੇ ਅਸੀਂ ਇੱਕ ਪਿੰਡ ਦੀਆਂ 2 ਬੱਚੀਆਂ ਨੂੰ, ਹਕੀਕਤ ਹੈ ਬੜਾ ਪਿਆਰ ਦੇ ਨਾਲ ਸੁਣਿਆ ਜੇ, ਅਸੀਂ ਇੱਕ ਪਿੰਡ ਦੇ ਅੰਦਰ 2 ਬੱਚੀਆਂ ਜਾਂ ਇੱਕ ਬੱਚੀ ਜਿਹੜੀ ਉਹਦੀ ਚੋਣ ਕਰਾਂਗੇ, ਤੇ ਇੱਕ ਬੱਚੀ ਨੂੰ 2500 ਰੁਪਈਆ ਦੇਵਾਂਗੇ। ਉਸ ਤੋਂ ਪਹਿਲਾਂ 1 ਮਹੀਨਾ ਉਹਦੀ ਟ੍ਰੇਨਿੰਗ ਹੋਵੇਗੀ। ਟ੍ਰੇਨਿੰਗ ਦੇ ਦੌਰਾਨ ਬੱਚੀਆਂ ਨੂੰ ਕੋਈ ਪੈਸਾ ਨਹੀਂ ਦਿੱਤਾ ਜਾਵੇਗਾ, ਤੇ ਮੇਰੇ ਖਿਆਲ ਦੇ ਵਿੱਚ ਬੱਚੀਆਂ ਤਿਆਰ ਵੀ ਹੋਣਗੀਆਂ, ਅੱਗੇ ਪੜਾਉਣਗੀਆਂ ਵੀ। ਮਸਲੇ ਬੜੇ ਨੇ, ਆਓ ਇਹਨਾਂ ਮਸਲਿਆਂ ਦੇ ਉੱਪਰ ਵੀਰ ਜੀ ਦੇ ਖਿਆਲ ਵੀ ਲਈਏ, ਕਿਉਂਕਿ ਇਹਨਾਂ ਨੇ ਇਲਾਕੇ ਭਰ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਖੋਜ ਕੀਤੀ, ਤੇ ਇਹਨਾਂ ਨੇ ਸਾਨੂੰ ਦੱਸਿਆ ਵੀ ਉਹ ਰਜਿਸਟਰ ਦੇ ਵਿੱਚ ਬਕਾਇਦਾ ਬੱਚੀਆਂ ਦੀ ਹਾਜ਼ਰੀ ਲੱਗਦੀ ਹੈ, ਸਿਲੇਬਸ ਕਿਹੜਾ ਪੜ੍ਹਾਇਆ ਜਾ ਰਿਹਾ ਹੈ, ਬਕਾਇਦਾ ਪੂਰੀ ਉਹ ਜਿਹੜੀ ਹੈ ਇੱਕ ਪਿੰਡ ਦੇ ਜੇ ਮੰਨ ਲਓ 3 ਜਗ੍ਹਾ ਦੇ ਉੱਪਰ ਲੱਗਦਾ ਹੈ, ਤੇ ਉਹ ਤਿੰਨਾਂ ਦੇ ਜਿਹੜੇ ਰਜਿਸਟਰ ਨੇ ਉਹ ਫਿਰ ਆਪਣੇ ਉੱਚ ਅਧਿਕਾਰੀਆਂ ਕੋਲ ਜਾਂਦੇ ਨੇ, ਤੇ ਉਹ ਫਿਰ ਸਾਰਾ ਨਿਗਰਾਨੀ ਦੇ ਵਿੱਚ ਰੱਖਦੇ ਨੇ, ਤੇ ਆਪਾਂ ਵੀ ਰਿਕਾਰਡ ਸਾਂਭਿਆ ਜਾ ਸਕਦਾ ਹੈ, ਤੇ ਬੱਚੇ ਗੁਰਮਤ ਨਾਲ ਜੁੜ ਸਕਦੇ ਨੇ ਜੇ ਹੱਲ ਕੀਤਾ ਜਾਵੇ। ਆਓ ਵੀਰ ਜੀ ਦੇ ਵਿਚਾਰ ਵੀ ਲੈਣੇ ਆ। ਤੇ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਮਨ ਹੀ ਮਨ ਦੇ ਵਿੱਚ ਖਿਆਲ ਆਉਂਦਾ ਪਿਆ ਸੀ ਵੀ ਜੇ ਇੱਕ ਸੰਸਥਾ ਜਿਵੇਂ ਤੁਸੀਂ ਦੱਸਿਆ ਵੀ ਗਮਲਾ ਪਿੰਡ ਤੋਂ ਸ਼ੁਰੂ ਹੋਈ, ਹਾਂਜੀ ਹਾਂਜੀ, ਪੂਰੇ ਭਾਰਤ ਵਿੱਚ ਆ ਗਈ, ਪੂਰੇ ਭਾਰਤ 'ਚ, ਤੇ ਜੇ ਗੱਲ ਕਰੀਏ ਤੁਹਾਡੇ ਗੁਰਦਾਸਪੁਰ ਏਰੀਏ ਦੀ, ਤੇ ਇੱਕ ਜ਼ਿਲ੍ਹੇ ਦੇ ਅੰਦਰ 400 ਤੋਂ 500 ਵਿਦਿਆਲਿਆ ਖੋਲ੍ਹ ਦਿੱਤਾ। ਹੁਣ ਪੰਜਾਬ ਦੇ ਕਿੰਨੇ ਜ਼ਿਲ੍ਹੇ ਨੇ? ਜੇ 500 ਦੀ ਜਗ੍ਹਾ ਤੇ 400 300 ਦੇ ਹਿਸਾਬ ਨਾਲ ਵੀ ਗਿਣਤੀ ਕਰੀਏ, ਤੇ ਮੇਰੇ ਖਿਆਲ ਦੇ ਵਿੱਚ ਹਜ਼ਾਰਾਂ ਵਿਦਿਆਲਿਆ ਬਣ ਗਏ। ਹੁਣ ਉਹ ਹਜ਼ਾਰਾਂ ਵਿਦਿਆਲਿਆ ਦੇ ਨਾਮ ਦੇ ਉੱਪਰ ਐਡਾ ਵੱਡਾ ਵਰਕ ਕਰਦੇ ਨੇ। ਤੁਹਾਨੂੰ ਕੀ ਲੱਗਦਾ ਹੈ ਵੀ ਜੇ ਅਸੀਂ ਇਸੇ ਤਰੀਕੇ ਦੇ ਨਾਲ ਆਪਣੀਆਂ ਬੱਚੀਆਂ ਨੂੰ ਗੁਰਮਤ ਦਾ ਗਿਆਨ ਦੇ ਕੇ ਤੁਰੀਏ, ਤੇ ਕੁਝ ਸੱਜਣ ਆਪਣਾ ਦਸਵੰਧ ਜਿਹੜਾ ਆ ਉਹ ਇਸ ਕਾਰਜ ਵਿੱਚ ਲਾਉਣ, ਤੁਹਾਨੂੰ ਲੱਗਦਾ ਵੀ ਮਸਲਾ ਹੱਲ ਹੋ ਸਕਦਾ? ਸੋ ਸਭ ਤੋਂ ਪਹਿਲਾਂ ਤਾਂ ਇਹ ਮੈਂ ਦੱਸ ਦੇਵਾਂ ਕਿ ਜਿਹੜੀ ਏਕਲ ਵਿਦਿਆਲਿਆ ਜਿਹੜੀ ਸੰਸਥਾ ਵਾ, ਬਜਟ ਉਹਦਾ ਬਹੁਤ ਵੱਡਾ, ਠੀਕ ਹੈ ਜੀ। ਉਹ ਜਿਹੜੀ ਸੰਸਥਾ ਵਾ ਉਹਦੇ ਕੁਝ ਕੁ ਹੈੱਡਕੁਆਟਰ ਅਮਰੀਕਾ ਵਰਗੇ ਦੇਸ਼ਾਂ 'ਚ ਤੇ ਕੈਨੇਡਾ ਵਰਗੇ ਜਿਹੜੇ ਆਪਣੇ ਦੇਸ਼ ਨੇ ਉਹਨਾਂ 'ਚ ਵੀ ਹੈ, ਠੀਕ ਹੈ ਜੀ। ਅਮਰੀਕਾ, ਕੈਨੇਡਾ, ਉੱਥੋਂ ਉਹਨਾਂ ਨੂੰ ਜਿਹੜੀ ਆਪਣੇ ਪੈਸਾ ਜਿਹੜਾ ਉਹ ਡਾਲਰਾਂ ਦੇ ਰੂਪ ਦੇ ਵਿੱਚ ਆਉਂਦਾ ਹੈ। ਤੁਸੀਂ ਏਕਲ ਵਿਦਿਆਲਿਆ ਦੀ ਆਪਣੇ ਵੈਬਸਾਈਟ ਦੇ ਉੱਪਰ ਜਾਵੋਗੇ, ਉੱਥੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਾਲਾਨਾ ਬਜਟ ਇਹਨਾਂ ਦਾ ਕਿੰਨਾ ਦਾ ਜਿਹੜਾ, ਠੀਕ ਹੈ, ਸ਼ੋਅ ਕੀਤਾ ਹੋਇਆ। ਹਾਂਜੀ, ਸ਼ੋਅ ਕੀਤਾ ਹੋਇਆ, ਤੇ ਇਹ ਹੈ ਕਿ ਅਰਬਾਂ ਕਰੋੜਾਂ ਰੁਪਏ ਹੈ ਬਜਟ ਜਿਹੜਾ ਉਹਦਾ, ਠੀਕ ਹੈ। ਤੇ ਹੁਣ ਦੂਜੀ ਗੱਲ ਤੇ ਆ ਗਈ ਕਿ ਪੰਜਾਬ ਦੇ ਵਿੱਚ, ਠੀਕ ਹੈ, ਪੰਜਾਬ ਦੇ ਵਿੱਚ ਜੇ ਆਪਾਂ ਏਕਲ ਵਿਦਿਆਲਿਆ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕਰਦੇ ਆ, ਇਹ ਗੱਲ ਸੁਭਾਵਿਕ ਆ ਕਿ ਵਿਰੋਧਤਾ ਝੱਲਣੀ ਪਵੇਗੀ, ਠੀਕ ਹੈ ਜੀ। ਉਹਦੇ ਵਿੱਚ ਹੁਣ ਜਿਨ੍ਹਾਂ ਨੂੰ ਤੇ ਆਪਣੀ ਇੱਜ਼ਤ ਪਿਆਰੀ ਹੈ, ਠੀਕ ਹੈ ਜੀ, ਉਹ ਅਗਲੇ ਤੁਹਾਨੂੰ ਪਤਾ ਹੈ ਕਿ ਉਹ ਕਿਹੜੀ ਵਿਪਰਵਾਦੀ ਸੋਚ ਦੇ ਧਾਰਨੀ ਨੇ, ਠੀਕ ਹੈ, ਉਹ ਤੇ ਕਿਸੇ ਦੀ ਧੀ ਭੈਣ ਨੂੰ ਹੱਥ ਪਾਉਣ ਦੇ ਲੱਗਿਆਂ ਵੀ ਸ਼ਰਮ ਨਹੀਂ ਕਰਦੇ ਹੈਗੇ, ਠੀਕ ਹੈ ਜੀ। ਉਹ ਜੇ ਕਹਿ ਲਓ ਕਿ ਪੰਜਾਬ ਦੇ ਵਿੱਚ ਜਦੋਂ ਇਹਨੂੰ ਖਤਮ ਕਰਕੇ ਤੇ ਉਹਦੀ ਜਗ੍ਹਾ, ਕਿਉਂਕਿ ਜਦੋਂ ਮੈਂ ਇੱਕ ਪਿੰਡ ਦੇ ਵਿੱਚ ਗਿਆ, ਜੋ ਭੰਗਵਾ ਪਿੰਡ ਦਾ ਮੈਂ ਨਾਂ ਲਿਆ, ਉੱਥੇ ਇੱਕ ਬੀਬੀ ਨੇ ਸਾਨੂੰ ਇਹ ਸਵਾਲ ਕੀਤਾ ਕਿ ਜੇ ਤੁਸੀਂ ਆਹ ਵਿਦਿਆਲਾ ਸਾਡਾ ਬੰਦ ਕਰਵਾ ਰਹੇ ਹੋ, ਫਿਰ ਇਹਦੀ ਜਗ੍ਹਾ ਤੇ ਸਾਨੂੰ ਕੋਈ ਆਪਣਾ ਖੋਲ ਕੇ ਦਿਓ। ਤੇ ਉੱਥੇ ਮੈਂ ਸੱਚ ਦੱਸਾਂ ਕਿ ਮੈਂ ਉੱਥੇ ਚੁੱਪ ਹੋ ਗਿਆ, ਤੇ ਮੈਂ ਉਹਨਾਂ ਨੂੰ ਬਥੇਰਾ ਉਹਨਾਂ ਨੂੰ ਜਜ਼ਬਾਤੀ ਕੀਤਾ ਕਿ ਗੁਰੂ ਸਾਹਿਬਾਨ ਦੀਆਂ ਸ਼ਹੀਦੀਆਂ ਐਵੇਂ ਨੇ, ਠੀਕ ਹੈ ਜੀ, ਇਤਿਹਾਸ ਚੋਂ ਹਵਾਲੇ ਦੇ ਕੇ, ਪਰ ਉਹ ਮੰਨ ਗਏ। ਉਹਨਾਂ ਨੇ ਮੈਨੂੰ ਆਪਣੇ ਕਹਿ ਲਓ ਕਿ ਭਰੋਸਾ ਦੇ ਦਿੱਤਾ ਕਿ ਆਪਾਂ ਇਸ ਨੂੰ ਆਪਣੇ ਪਿੰਡ ਦੇ ਵਿੱਚੋਂ ਬੰਦ ਜ਼ਰੂਰ ਕਰਾਂਗੇ, ਠੀਕ ਹੈ। ਪਰ ਬਾਅਦ ਦੇ ਵਿੱਚ ਪਤਾ ਨਹੀਂ, ਤੋੜ ਤੇ ਦਿਓ ਨਾ ਸਾਨੂੰ ਕੋਈ, ਹਾਂਜੀ, ਕਿ ਪਹਿਲਾਂ ਸਾਨੂੰ ਕੋਈ ਤੋੜ ਦਿਓ ਇਹਦੇ ਬਰਾਬਰ ਦਾ ਕਿ ਆਪਾਂ ਜ਼ਰੂਰ ਕਹਿੰਦੇ ਪੜਾਵਾਂਗੇ। ਸੋ ਅਰਬਾਂ ਦੇ ਬਜਟ ਦੀ ਸੰਸਥਾ ਸਾਡੇ ਕੋਲ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਠੀਕ ਹੈ ਜੀ। ਉਸ ਤੋਂ ਇਲਾਵਾ ਜੇ ਅਸੀਂ ਪਿੰਡ ਦੇ ਵਿੱਚ ਜਿਹੜੀ ਗੁਰੂ ਘਰ ਦੀ ਗੋਲਕ ਇਕੱਠੀ ਹੁੰਦੀ ਹੈ, ਠੀਕ ਹੈ, ਜੇ ਆਪਾਂ ਪਿੰਡ ਦੇ ਵਿੱਚ ਜਾ ਕੇ ਤੇ ਜਾਗਰੂਕ ਕਰੀਏ, ਠੀਕ ਹੈ, ਕਿ ਤੁਸੀਂ ਆਪਣੇ ਪਿੰਡ ਦੀ ਇਸ ਬੱਚੀ ਨੂੰ ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਆਖਿਆ ਕਿ ਇੱਕ ਪ੍ਰਚਾਰਕਾਂ ਦੇ ਪਾਸੋਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ, ਠੀਕ ਹੈ। ਸਿਲੇਬਸ ਜਿਹੜਾ ਵਾ ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ, ਇੱਕ ਸਿਲੇਬਸ ਦੇ ਵਿੱਚ ਉਹ ਐਡ ਕਰਵਾਈ ਜਾਵੇ, ਠੀਕ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਵੱਲੋਂ ਲਿਖੇ ਹੋਏ ਜਿਹੜੇ ਛੋਟੇ ਟਰੈਕਟ ਨੇ ਜੀ, ਠੀਕ ਹੈ ਜੀ,
ਆਪਣੇ ਸਕੱਤਰ ਸਤਬੀਰ ਸਿੰਘ ਦੇ ਬਹੁਤ ਵੱਲੋਂ ਅੱਛੇ, ਹਾਂਜੀ, ਬਹੁਤ ਅੱਛੇ ਨੇ। ਬਹੁਤ ਜ਼ਿਆਦਾ ਜਿਹੜੇ ਨੇ ਟਰੈਕਟ ਨੇ ਉਹ ਸਿਲੇਬਸ ਦੇ ਵਿੱਚ ਸ਼ਾਮਲ ਕੀਤੇ ਜਾਣ। ਸੋ ਫਰਕ ਬਾਅਦ ਚ ਇੱਥੇ ਹੈ ਕਿ ਪਿੰਡਾਂ ਦੇ ਵਿੱਚ ਵੀ ਪਾਰਟੀਬਾਜ਼ੀ ਹੈ। ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਜਿਹੜੇ ਆ ਕਿ ਸਵਾਰਥ ਪਾਰਟੀਬਾਜ਼ੀ ਵੀ ਇੱਕ ਪ੍ਰੋਬਲਮ ਹੈ। ਜੇ ਇੱਕ ਕਹਿੰਦਾ ਬੰਦ ਕਰਾਉਣੇ ਆ ਤਾਂ ਦੂਜਾ ਨਾਲ ਖੜ ਜਾਂਦਾ ਹੈ। ਦੂਜਾ ਨਾਲ ਖੜ ਜਾਂਦਾ। ਠੀਕ ਹੈ। ਓਕੇ। ਕਿ ਪਿੰਡਾਂ ਦੇ ਵਿੱਚ ਵੀ ਪਾਰਟੀਬਾਜ਼ੀ ਦਾ ਕੰਮ ਬਾਅਦ ਚੋਂ ਚੱਲ ਪੈਂਦਾ। ਠੀਕ ਹੈ। ਜਿਵੇਂ ਤੁਸੀਂ ਆਖਿਆ ਪਿੰਡ ਲੈਵਲ ਦੇ ਉੱਪਰ ਵੀ ਵਧੀਆ ਹੋ ਸਕਦਾ ਕੰਮ, ਪਰ ਇਹ ਹੈ ਕਿ ਜਿਹੜੀ ਸਾਡੀ ਸਿਰਮੌਰ ਜਥੇਬੰਦੀ ਹੈ, ਕਿਉਂਕਿ ਜਥੇਬੰਦੀ ਦਾ ਬੜਾ ਨਾਮ ਹੈ। ਠੀਕ ਹੈ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੇ ਉਹ ਵੀ ਪੂਰੀ ਤਰ੍ਹਾਂ ਚੇਤੰਨ ਹੋ ਜੇ। ਨਹੀਂ, ਜੇ ਏਕਲ ਵਿਦਿਆਲਿਆ ਵਾਲੇ ਹਾਂਜੀ 800 ਤੋਂ 1000 ਰੁਪਇਆ ਦੇ ਕੇ ਇੱਕ ਪਿੰਡ ਕਵਰ ਕਰਵਾ ਜਾਂਦੇ ਆ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਚਾਰਕ ਨੇ, ਜਿਹੜੇ ਪਿੰਡਾਂ ਦੇ ਵਿੱਚ ਨਿਕਲਦੇ ਨੇ, ਜਿਹੜਾ ਪਿਛਲੇ ਸਮੇਂ ਦੇ ਵਿੱਚ ਕਿਹਾ ਗਿਆ ਵੀ ਅਸੀਂ ਸੱਦੇ ਤੇ ਸਾਰੇ ਹਾਜ਼ਰ ਹੋ ਗਏ, ਸਾਡੇ ਛੋਟੇ ਜਿਹੇ ਸੱਦੇ ਦੇ ਉੱਪਰ ਸਾਰੇ ਆ ਗਏ, ਇਹ ਧੰਨਵਾਦੀ ਆ ਚਲੋ ਵੀ ਛੋਟੇ ਜਿਹੇ ਸੱਦੇ ਦੇ ਉੱਪਰ ਸਾਰੇ ਇਕੱਠੇ ਹੋ ਗਏ। ਬਟ ਸਵਾਲ ਮਨ ਦੇ ਵਿੱਚ ਫਿਰ ਇਹ ਖੜਾ ਹੋ ਜਾਂਦਾ ਹੈ ਵੀ ਜਿਹੜੇ ਉੱਥੇ ਹਾਜ਼ਰ ਹੋ ਗਏ ਜਥੇਦਾਰ ਸਾਹਿਬ ਦੇ ਸੱਦੇ ਤੇ, ਉਹ ਪਿੰਡਾਂ ਦੇ ਵਿੱਚ ਹਾਜ਼ਰ ਕਿਉਂ ਨਹੀਂ ਹੋਏ? ਜੇ ਪਿੰਡਾਂ ਦੇ ਵਿੱਚ ਵਰਕ ਕੀਤਾ ਹੁੰਦਾ ਤੇ ਅੱਜ ਆ ਪ੍ਰੋਬਲਮ ਕਿਉਂ ਆਉਂਦੀ? ਚਲੋ ਮੈਨੂੰ ਇੱਕ ਚੀਜ਼ ਦੱਸੋ, ਤੁਹਾਨੂੰ ਪਿੰਡ ਦੇ ਵਿੱਚ ਇਹ ਤੇ ਪਤਾ ਲੱਗ ਗਿਆ, ਮੇਰਾ ਤੁਹਾਡੇ ਤੇ ਸਵਾਲ ਹੈ ਇੱਕ, ਇਹ ਤੇ ਪਤਾ ਲੱਗ ਗਿਆ ਵੀ ਇੱਕ ਪਿੰਡ ਦੇ ਵਿੱਚ 3 ਏਕਲ ਵਿਦਿਆਲਿਆ ਨੇ, ਗੁਰਦਾਸਪੁਰ ਦੇ ਵਿੱਚ ਕੋਈ ਐਸਾ ਪਿੰਡ ਲੱਗਾ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਤਰ੍ਹਾਂ ਦਾ ਵਿਦਿਆਲਿਆ ਕਲਾਸ ਚੱਲਦੀ ਹੋਵੇ? ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਤਾਂ ਕੋਈ ਵੀ ਨਹੀਂ ਹੈਗਾ ਇਸ ਟਾਈਮ ਕਿ ਜਿਹੜਾ ਐਸਜੀਪੀਸੀ ਦੇ ਅਧੀਨ ਕੋਈ ਵਿਦਿਆਲਾ ਹੋਵੇ। ਨਹੀਂ, ਇੱਕ ਤੇ ਹੋ ਗਿਆ ਵਿਦਿਆਲਿਆ ਬਿਲਡਿੰਗ ਬਣਾ ਕੇ ਪ੍ਰੋਪਰਲੀ ਚੱਲਦਾ ਪਿਆ, ਉਹ ਤੇ ਇੱਕ ਡਿਫਰੈਂਟ ਮੈਟਰ ਆ ਗਿਆ। ਇਸ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਵੀ ਮੈਂ ਇਸ ਪਿੰਡ ਦੇ ਵਿੱਚ ਆਹ ਕਲਾਸ ਹੀ ਲੈ ਰਿਹਾ ਵਾਂ, ਨਹੀਂ ਇਸ ਤਰ੍ਹਾਂ ਦਾ ਤਾਂ ਨਹੀਂ ਹੈਗਾ, ਕੋਈ ਐਸਾ ਨਹੀਂ ਮਿਲਿਆ ਇਸ ਤਰ੍ਹਾਂ ਦਾ ਨਹੀਂ। ਬਸ ਤੇ ਤੁਹਾਨੂੰ ਲੱਗਦਾ ਵੀ ਜੇ ਇਸ ਤਰੀਕੇ ਨਾਲ ਪ੍ਰਚਾਰਕ ਇਹਨਾਂ ਨੇ ਪਿੰਡਾਂ ਵਿੱਚ ਭੇਜੇ ਹੁੰਦੇ, ਹਾਂਜੀ, ਤੇ ਪ੍ਰਚਾਰਕ ਪਿੰਡਾਂ ਵਿੱਚ ਜਿਵੇਂ ਏਕਲ ਵਿਦਿਆਲਿਆ ਵਾਲੇ ਕਲਾਸਿਸ ਲੈਂਦੇ ਨੇ, ਸਿਲੇਬਸ ਦੇਖ ਕੇ ਉਹਨਾਂ ਨੂੰ ਅੱਗੇ ਕੀਤਾ ਜਾਂਦਾ, ਉਹਨਾਂ ਬੱਚਿਆਂ ਦੀਆਂ ਹਾਜ਼ਰੀਆਂ ਲੱਗਦੀਆਂ, ਬੱਚਿਆਂ ਦੇ ਮਾਪਿਆਂ ਦੀਆਂ ਹਾਜ਼ਰੀਆਂ ਲੱਗਦੀਆਂ, ਉਹ ਜਿਹੜੇ ਹਾਜ਼ਰੀ ਰਜਿਸਟਰ ਨੇ ਉਹ ਜ਼ਿਲ੍ਹਾ ਪੱਧਰ ਦੇ ਉੱਪਰ ਚੈੱਕ ਹੁੰਦੇ, ਹਾਂਜੀ, ਤੇ ਸ਼ਾਇਦ ਮਨੋ ਦਸ਼ਾ ਹੋਰ ਹੁੰਦੀ ਸੀ। ਤੇ ਨਾਲੇ ਤੁਸੀਂ ਵੇਖੋ ਕਿ ਆਰਐਸਐਸ ਦੇ ਤੇ ਵੈਸੇ ਹੀ ਜਿਹੜੇ ਜ਼ਿਆਦਾਤਰ ਸਿੱਖ ਜਾਗਰੂਕ ਨੇ, ਆਰਐਸਐਸ ਦੇ ਪਤਾ ਨਹੀਂ ਜ਼ਿਹਨੀਅਤ ਦੇ ਵਿੱਚ ਕੀ ਹੈ, ਉਹਦੇ ਖਿਲਾਫ ਬਹੁਤ ਨੇ ਕਿ ਆਰਐਸਐਸ ਦੀ ਅਸਲੀਅਤ ਦਾ ਜ਼ਿਆਦਾਤਰ ਜਾਗਰੂਕ ਨੇ, ਲੋਕੀ ਜਾਣੂ ਨੇ। ਤੇ ਜੇਕਰ ਛੋਟੀ ਜੀ ਇੱਕ ਚਿੰਗਾਰੀ ਹੀ ਰੱਖ ਦਿੱਤੀ ਜਾਵੇ, ਜੇ ਛੋਟੀ ਜੀ ਲਹਿਰ ਸ਼ੇਰ ਆਪਣੇ ਜੇ ਉਹਨੂੰ ਛੇੜ ਦਿਆਂਗੇ ਛੋਟੀ ਜੀ ਲਹਿਰ ਨੂੰ, ਤਾਂ ਲੋਕੀ ਆਪਣੇ ਆਪ ਹੀ ਇਹਦੇ ਬਾਰੇ ਜਿਹੜੇ ਜਾਗਰੂਕ ਹੋ ਜਾਣਗੇ। ਬਸ ਇਹ ਹੈ ਕਿ ਲਹਿਰ ਛੇੜਨ ਦੀ ਗੱਲ। ਠੀਕ ਹੈ ਜੀ। ਜੇ ਆਪਾਂ ਵਿਅਕਤੀਗਤ ਤੌਰ ਦੇ ਉੱਪਰ ਕਰ ਰਹੇ ਆ, ਸੋ ਸਾਨੂੰ ਵੀ ਜਿਹੜਾ ਵਾ ਕਿ ਜੇ ਕਹਿ ਲਓ ਕਿ ਇਸ ਗੱਲ ਦਾ ਡਰ ਰਹਿੰਦਾ ਕਿ ਅਗਾਂਹ ਕਿ ਵਿਅਕਤੀਗਤ ਤੌਰ ਦੇ ਉੱਪਰ ਇਸ ਕੰਮ ਦੇ ਵਿੱਚ ਅਸੀਂ ਹਾਜ਼ਰ ਆ, ਸੋ ਪਿੰਡਾਂ ਦੇ ਵਿੱਚ ਜਿੰਨਾ ਕੁ ਜਾਈਦਾ ਉਹਨਾਂ ਦੇ ਵੱਲੋਂ ਵੀ ਵਿਰੋਧਤਾ ਜਿਹੜੀ ਆ ਉਹ ਝੱਲਣੀ ਪੈਂਦੀ ਆ। ਸੋ ਜਿਹੜੇ ਇਹਨਾਂ ਦੇ ਵੱਡੇ ਪੱਧਰ ਦੇ ਜਿਹੜੇ ਆਗੂ ਨੇ, ਠੀਕ ਹੈ ਜੀ, ਉਹਨਾਂ ਤੋਂ ਵੀ ਜਿਹੜੇ ਵਿਅਕਤੀਗਤ ਤੌਰ ਦੇ ਉੱਪਰ ਜੇ ਕੋਈ ਬੰਦਾ ਕੰਮ ਦੇ ਵਿੱਚ ਹਾਜ਼ਰ ਆ ਤਾਂ ਉਹਨੂੰ ਡਰ ਰਹਿੰਦਾ। ਠੀਕ ਹੈ ਜੀ, ਕਿ ਕੋਈ ਆ ਕੇ ਬਾਅਦ ਚੋਂ ਸਾਡੀ ਕਿਤੇ ਇੱਜ਼ਤ ਨੂੰ ਹੱਥ ਪਾਵੇ, ਪੱਗ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰੇ। ਜੇ ਸਾਨੂੰ ਇਹ ਧਰਵਾਸ ਹੋਵੇ ਕਿ ਪਿੱਛੇ ਸੰਸਥਾ ਖੜੀ ਹੈ, ਸਾਡੀ ਉਹ ਵੱਡੇ ਵਡੇਰਿਆਂ ਦੀ ਜਿਹੜੀ ਖੂਨ ਦੇ ਨਾਲ ਖੂਨ ਦੇ ਕੇ ਜਿਹੜੀ ਹਾਂਜੀ ਜੀ ਸੰਸਥਾ ਜਿਹੜੀ ਆਪਣੇ ਖੜੀ ਪਈ ਹੈ, ਠੀਕ ਹੈ, ਜੇ ਉਹ ਸਾਡੇ ਮਗਰ ਹੋਵੇ, ਪਿੱਠ ਦੇ ਉੱਪਰ ਥਾਪੜਾ ਹੋਵੇ, ਠੀਕ ਹੈ, ਸੰਸਥਾ ਦਾ ਕੋਈ ਦੋਸ਼ ਨਹੀਂ ਹੈ, ਕਿਉਂਕਿ ਸੰਸਥਾ ਦੇ ਵਿੱਚ ਚੰਗੇ ਬੰਦੇ ਵੀ ਬੜੇ ਨੇ। ਠੀਕ ਹੈ ਜੀ, ਹਾਂ, ਚੰਗਿਆਂ ਨੂੰ ਚੰਗੇ ਕਹਾਂਗੇ ਅਸੀਂ, ਹਰੇਕ ਨੂੰ ਮਾੜਾ ਨਹੀਂ ਨਾ ਕਹਿ ਸਕਦੇ। ਤੇ ਜਿਹੜੇ ਖੁਦਗਰਜ਼ ਵੀ ਬੜੇ ਆ। ਬਾਕੀ ਇਹ ਕਿ ਮੈਂਟੈਲਿਟੀ ਦੇ ਉੱਪਰ, ਜਿਵੇਂ ਦੀ ਮੈਂਟੈਲਿਟੀ ਦਾ ਬੰਦਾ ਹੋਵੇਗਾ, ਉਹ ਸੰਸਥਾ ਨੂੰ ਵੀ ਉਸੇ ਤਰ੍ਹਾਂ ਹੀ ਉਸੇ ਤਰ੍ਹਾਂ ਦੇ ਗੇੜ ਦੇ ਵਿੱਚ ਲੈ ਆਏਗਾ। ਹੁਣ ਤੁਸੀਂ ਦੇਖੋ ਕਿ ਸੱਤਾ ਕਿੰਨਾ ਦੇ ਕੋਲ ਹੈ। ਠੀਕ ਹੈ ਜੀ, ਸੱਤਾ ਵਿਪਰਵਾਦ ਦੇ ਕੋਲ ਹੈ, ਬ੍ਰਾਹਮਣਵਾਦ ਦੇ ਕੋਲ ਹੈ। ਅੰਗਰੇਜ਼ਾਂ ਦੇ ਵੇਲੇ ਸੱਤਾਧਾਰੀ ਦੇ ਨਾਲ ਉਹਨਾਂ ਦੀ ਯਾਰੀ ਸੀ, ਮੁਗਲਾਂ ਦੇ ਵੇਲੇ ਸੱਤਾਧਾਰੀ ਦੇ ਨਾਲ ਉਹਨਾਂ ਦੀ ਯਾਰੀ ਸੀ, ਪਰ ਅੱਜ ਖੁਦ ਸੱਤਾ ਉਹਨਾਂ ਦੇ ਕੋਲ ਹੈ, ਖੁਦ ਰਾਜ ਉਹਨਾਂ ਦੇ ਕੋਲ ਹੈ। ਫਿਰ ਅਖਤਿਆਰ ਤੁਸੀਂ ਰੁਖ ਉਹਨਾਂ ਦਾ ਦੇਖੋ ਤੁਸੀਂ ਕੀ ਹੈ। ਠੀਕ ਹੈ ਜੀ, ਸ਼ਰੇਆਮ ਚੱਲਦੇ ਪਏ ਆ ਐਨਪੀਆਰ, ਐਨਆਰਸੀ, ਇਹ ਜਿੰਨੇ ਵੀ ਜਿਹੜੇ ਆਏ ਨੇ, ਸੀਏਏ, ਇਹ ਸਾਰਾ ਕੀ ਇਹ ਮੁਸਲਿਮ ਕੌਮ ਨੂੰ ਸਟੇਟਲੈਸ ਕਰਦੇ। ਹੁਣ ਪੰਜਾਬ ਦੀ ਵੀ ਵਾਰੀ ਹੈ। ਠੀਕ ਹੈ ਜੀ, ਆਹ ਸਿੱਟੇ ਜਿਹੜੇ ਨੇ ਏਕਲ ਵਿਦਿਆਲਾ ਜੋ ਚੱਲਦਾ ਪਿਆ ਵਾ, ਇਹਦੇ ਤੋਂ ਆਪਾਂ ਇਹ ਹਿਸਾਬ ਲਾ ਸਕਦੇ ਹਾਂ ਕਿ ਪੰਜਾਬ ਦੇ ਆਉਣ ਵਾਲੇ ਹਾਲਾਤ ਬਹੁਤ ਮਾੜੇ ਹੋ ਸਕਦੇ। ਹੁਣ ਕਈ ਵੀਰ ਇਹ ਦਲੀਲ ਦਿੰਦੇ ਨੇ, ਸਾਡੇ ਪਿੰਡ ਦਾ ਹੀ ਇੱਕ ਵੀਰ ਹੈ, ਸੋ ਉਹ ਇਹ ਦਲੀਲ ਦਿੰਦਾ, ਕਹਿੰਦਾ ਜਿਵੇਂ ਸਿਕੰਦਰ ਦਾ ਰਾਜ ਚਿਰ ਸਥਾਈ ਨਹੀਂ ਰਿਹਾ, ਬਾਬਰ ਦਾ ਰਾਜ ਵੀ ਜਿਹੜਾ ਉਹ ਅਟਲ ਨਹੀਂ ਰਿਹਾ, ਤੇ ਕਹਿੰਦਾ ਜੇ ਹਿੰਦੂ ਰਾਸ਼ਟਰ ਬਣਾ ਲੈਣਗੇ ਤਾਂ ਅਟਲ ਇਹਨਾਂ ਦਾ ਵੀ ਨਹੀਂ ਰਹਿਣਾ। ਤੇ ਮੈਂ ਉਹਨਾਂ ਨੂੰ ਆਖਿਆ ਕਿ 1947 ਤੋਂ ਲੈ ਕੇ ਹਿੰਦੂ ਰਾਸ਼ਟਰ ਦੇ ਅਧੀਨ ਜਿਹੜੀ ਕੋਸ਼ਿਸ਼ ਹੈ, ਜਿਹੜੀ ਉਹਨਾਂ ਦੇ ਅੰਦਰ ਹਵਸ਼ ਹੈ ਕਿ ਆਪਾਂ ਇਹ ਰਾਸ਼ਟਰ ਨੂੰ ਸਥਾਪਿਤ ਕਰਨਾ ਹੈ। ਠੀਕ ਹੈ ਜੀ, ਸੱਭਿਆਚਾਰ ਜਿੰਨੇ ਵੀ ਘੱਟ ਗਿਣਤੀ ਸੱਭਿਆਚਾਰ ਨੇ ਉਹਨਾਂ ਨੂੰ ਮਲੀਆਮੇਟ ਕਰਨਾ ਹੈ। ਮੈਂ ਉਹਦੇ ਵਿੱਚ ਨੁਕਸਾਨ ਦੇਖੋ ਕਿੰਨਾ ਹੋਇਆ। ਮੇਨ ਗੱਲ 1984 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ, 92 ਵਿੱਚ ਬਾਬਰੀ ਮਸਜਿਦ, 2000 ਚ ਗੁਜਰਾਤ ਦੇ ਵਿੱਚ ਜੈਨੋਸਾਈਡ ਮੁਸਲਮਾਨਾਂ ਦੀ, ਤੇ ਹੁਣ ਕੱਲ ਪਰਸੋਂ ਦਿੱਲੀ ਚ। ਠੀਕ ਹੈ ਜੀ, ਤੁਸੀਂ ਦੇਖੋ ਕਿ ਨੁਕਸਾਨ ਕਿੰਨਾ।
ਜੇ ਯਤਨਸ਼ੀਲ ਰਵਾਂਗੇ। ਬਾਕੀ ਮੁੱਕ ਦੀ ਗੱਲ ਇਹ ਹੈ ਕਿ ਸਵਾਰਥ ਤੇ ਅੱਗ ਨੇ ਪੈਣਾ ਜਿੰਨਾ ਚਿਰ ਫਿਤਰਤ ਨਾ ਬਦਲਾਂਗੇ। ਕਿਉਂਕਿ ਸਟੇਜਾਂ ਦੇ ਉੱਪਰ ਆਪਾਂ ਪ੍ਰਚਾਰਕ ਵੀ ਖਲੋ ਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਗੱਲਾਂ ਸੁਣਾ ਲੈਂਦੇ ਆ ਕਿ ਉਹਨਾਂ ਨੇ ਆਪਣੇ ਪੁੱਤਰ ਦਾ ਕਲੇਜਾ ਮੂੰਹ 'ਚ ਪਾਇਆ ਸੀ, ਪਰ ਜਦੋਂ ਆਪ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਰੀਸ ਕਰਨ ਦੀ ਗੱਲ ਆਉਂਦੀ ਫਿਰ ਆਪਾਂ ਪਛਾਣ ਹਟਦੇ ਕਿ ਫਿਰ ਇਹ 'ਚ ਫਿਰ ਘਾਟਾ ਤੇ ਫਾਇਦਾ ਵੇਂਦੇ ਆ ਕਿ ਫਾਇਦਾ ਕਿੱਥੇ ਆ ਤੇ ਘਾਟਾ ਕਾਹਦਾ। ਮੇਨ ਗੱਲ ਕਿ ਕੋਈ ਉਦਾਂ ਦੀ ਸ਼ਖਸੀਅਤ ਆਵੇ ਜਿਹਦੇ ਆਪਣੇ ਵਿੱਚ ਵੀ ਕਰੰਟ ਆ, ਜਿਹੜਾ ਜਿੱਥੋਂ ਲੰਘ ਜਾਵੇ ਤੇ ਫਿਤਰਤ ਚੇਂਜ ਕਰ ਦੇ। ਠੀਕ ਹੈ ਜੀ, ਇਦਾਂ ਦਾ ਪਹਿਲਾਂ ਆਪਣੇ ਅੰਦਰ ਉਹ ਅੱਗ ਬਾਲਣੀ ਜ਼ਰੂਰੀ ਹੈ। ਠੀਕ ਹੈ ਜੀ, ਫੇਰ ਹੀ ਕਿਸੇ ਨੂੰ ਆਪਾਂ ਰੋਸ਼ਨੀ ਦੇ ਸਕਾਂਗੇ। ਠੀਕ ਹੈ, ਬਾਕੀ ਪਿੰਡ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਜਾਗਰੂਕਤਾ ਉਹਨਾਂ ਨੂੰ ਆਖਿਆ ਜਾਵੇ ਕਿ RSS ਪਿੰਡ ਦੇ ਵਿੱਚ ਆਹ ਕੁਝ ਪਰੋਸ ਰਹੀ ਜੇ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖ ਲਓ ਜੇ ਆਪਣਾ ਸੱਭਿਆਚਾਰ ਬਚਾਉਣਾ। ਹੁਣ ਕਈ ਤਾਂ ਇਹੋ ਜਿਹੇ ਨੇ ਜਿਨ੍ਹਾਂ ਨੂੰ ਅੱਜ ਦੇ ਆਧੁਨਿਕ ਯੁੱਗ ਦੇ ਵਿੱਚ ਬਾਕੀ ਆਪਣੇ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਜਿਨ੍ਹਾਂ ਦੇ ਦਿਮਾਗ ਇਸ ਤਰ੍ਹਾਂ ਦੇ ਹੋ ਗਏ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੱਭਿਆਚਾਰ ਕੀ ਹੈ, ਸਾਡੀ ਵਿਰਾਸਤ ਕੀ ਹੈ। ਠੀਕ ਹੈ ਜੀ, ਉਹ ਤਾਂ ਬਸ ਉਹ ਵੈਸਟ ਦਾ ਜਿਹੜਾ ਸੱਭਿਆਚਾਰ ਕਈ ਵਾਰੀ ਇਹ ਗੱਲਾਂ ਦਾ ਮਜ਼ਾਕ ਵੀ ਬਣਾਉਂਦੇ ਲੈ ਕੀ ਏਕਲ ਵਿਦਿਆਲਿਆ ਕਰ ਲੂ, ਚਰਖੜੀਆਂ ਨਾ ਕੁਝ ਕਰ ਸਕੀਆਂ। ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਉਹ ਫਿਜ਼ੀਕਲੀ ਸੀ, ਸਾਹਮਣੇ ਦਿਸ ਰਿਹਾ ਸੀ। ਜਿਹੜਾ ਅੱਜ ਦਾ ਹਥਿਆਰ ਆ ਇਹ ਤੁਹਾਨੂੰ ਦਿਸਦਾ ਨਹੀਂ ਪਿਆ। ਹਾਂਜੀ, ਇਹ ਬੜੇ ਢੰਗ ਦੇ ਨਾਲ ਕੰਮ ਕਰਦਾ ਪਿਆ। ਇਹ ਤੁਹਾਡੀ ਮੈਂਟਲੀ ਜਿਹੜੀ ਇਹ ਇੱਕ ਵਿਚਾਰਧਾਰਾ ਹੈ ਨਾ, ਉਹਨੂੰ ਕਿਤੇ ਨਾ ਕਿਤੇ ਬੜਾ ਹਿੱਟ ਕਰਦਾ ਪਿਆ, ਬਹੁਤ ਜ਼ਿਆਦਾ ਹਿੱਟ ਕਰਦਾ ਪਿਆ। ਤੇ ਬਾਕੀ ਇੱਕ ਗੱਲ ਹੋਰ ਹੈ ਕਿ ਜਿਹੜਾ ਸ੍ਰੀ ਗੁਰੂ ਜਿਹੜਾ 10 ਗੁਰੂ ਸਾਹਿਬਾਨਾਂ ਦਾ ਇੱਕ ਜੋਤ ਦਾ ਸਿਧਾਂਤ ਉਹਨੂੰ ਵੀ ਇਹਦੇ ਵਿੱਚ ਜਿਹੜਾ ਹੈ ਉਹਦੇ ਉੱਪਰ ਵੀ ਕਟਾਕਸ਼ ਕੀਤਾ ਜਾ ਰਿਹਾ। ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਬਾਕੀ ਗੁਰੂ ਸਾਹਿਬਾਨਾਂ ਤੋਂ ਵੱਖਰਾ ਕਰਕੇ ਜਿਹੜਾ ਹੈ ਉਹ ਸਾਹਮਣੇ ਰੱਖਿਆ ਜਾ ਰਿਹਾ, ਪਰ ਭੱਟ ਸਾਹਿਬਾਨ ਜੀ ਦੀ ਬਾਣੀ ਠੀਕ ਹੈ ਉਹਦੇ ਤੋਂ ਇਹ ਸਿੱਧ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਉਹ ਇੱਕ ਜੋਤ ਸੀ ਜਿਹੜੀ 10 ਜਾਮਿਆਂ ਦੇ ਵਿੱਚ ਵਰਤੀ। ਠੀਕ ਹੈ ਜੀ, ਤੇ ਬਾਕੀ ਇਹ ਕਿ ਗੁਰੂ ਸਾਹਿਬਾਨਾਂ ਦੇ ਵਿੱਚੋਂ ਜਿੱਦਾਂ ਆਪਾਂ ਕਹਿ ਲੈਂਦੇ ਹਾਂ ਕਿ ਜੇਤੂ ਜਰਨੈਲ ਠੀਕ ਹੈ ਜੀ, ਵਿਦਵਾਨ, ਉਹ ਕਾਵ ਸੀਗੇ, ਆਪਣੇ ਬਹੁਤ ਵੱਡੇ ਕਾਵ ਸ਼ਾਸਤਰੀ ਸੀਗੇ। ਇਹ ਦੁਨਿਆਵੀ ਸਿਫਤਾਂ ਨੇ। ਠੀਕ ਹੈ ਜੀ, ਇਹ ਦੁਨਿਆਵੀ ਸਿਫਤਾਂ ਨੇ। ਠੀਕ ਹੈ, ਜੇ ਗੁਰੂ ਹੈ ਅਸਲ ਦੇ ਵਿੱਚ ਗੁਰੂ ਦੀ ਸਿਫਤ ਜਿਹੜੀ ਹੈ ਕਿ ਗੁਰੂ ਵਰਗਾ ਹੋਰ ਕੋਈ ਨਹੀਂ। ਠੀਕ ਹੈ, ਜਿਵੇਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਉਦਾਹਰਣ ਮਿਲਦੀ ਹੈ ਕਿ ਇੱਕ ਜਦੋਂ ਮਹਾਰਾਜਾ ਰਾਜ ਗੱਦੀ ਦੇ ਉੱਪਰ ਬੈਠਾ ਤੇ ਢੰਡੌਰਾ ਪਿਟਵਾਇਆ ਕਿ ਇੱਕ ਇਦਾਂ ਦਾ ਬਜ਼ੁਰਗ ਲੈ ਕੇ ਆਈਏ ਕਿ ਜਿਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਆਪਣੇ ਅੱਖੀਂ ਵੇਖਿਆ ਹੋਵੇ। ਉਸ ਸਮੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਜੋਤੀ ਜੋਤ ਸਮਾਈ ਨੂੰ 91 ਸਾਲ ਹੋਏ ਸੀਗੇ ਸਿਰਫ। ਉਦੋਂ ਇਹ ਗੱਲ ਪੋਸੀਬਲ ਸੀ ਕਿ ਕੋਈ ਇਦਾਂ ਦਾ ਬਜ਼ੁਰਗ ਹੋਏਗਾ। ਸੋ ਉਹ ਬਜ਼ੁਰਗ ਜਿਹੜਾ ਆਇਆ ਦਰਬਾਰ ਦੇ ਵਿੱਚ ਆਇਆ ਤੇ ਮਹਾਰਾਜ ਨੇ ਪੈਰੀਂ ਹੱਥ ਲਾਏ, ਕਹਿੰਦਾ ਜੀ ਜਦੋਂ ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਦੇਖਿਆ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਇਆ? ਉਹ ਕਹਿੰਦਾ ਕਿ ਮੈਂ ਉਦੋਂ ਛੋਟਾ ਜਿਹਾ ਸੀਗਾ, ਕੁਝ 7 ਸਾਲ ਦਾ ਸੀਗਾ। ਠੀਕ ਹੈ ਜੀ, ਕਹਿੰਦਾ ਮੈਂ 6-7 ਸਾਲ ਦਾ ਸੀ ਜਦੋਂ ਮੈਂ ਆਪਣੇ ਬਾਬੇ ਦੇ ਨਾਲ ਆਨੰਦਪੁਰ ਸਾਹਿਬ ਜਾਂਦਾ ਸਾਂ ਤੇ ਦੂਰੋਂ ਕਲਗੀਆਂ ਵਾਲੇ ਪਾਤਸ਼ਾਹ ਦੀ ਜਿਹੜੀ ਝਲਕ ਪਈ ਤੇ ਇਵੇਂ ਲੱਗਾ ਕਿ ਸਰੀਰ ਦੇ ਵਿੱਚ ਕੋਈ ਚਰਨਾਹਟ ਛਿੜ ਗਈ, ਲੱਖਾਂ ਸੂਰਜਾਂ ਦਾ ਤੇਜ ਮੇਰੀਆਂ ਅੱਖਾਂ ਦੇ ਸਾਹਮਣੇ ਆ ਗਿਆ। ਇਹ ਗੁਰੂ ਦਾ ਅਕਸ ਅਸਲ ਦੇ ਵਿੱਚ। ਸੋਭਾ ਸਿੰਘ ਨੇ ਕਿੱਦਾਂ ਦਾ ਅਕਸ ਬਣਾਇਆ? ਭਾਈ ਵੀਰ ਸਿੰਘ ਦਾ ਅਕਸ ਕੀ ਸੀ? ਫੋਟੋ ਵੇਖਦਿਆਂ ਕਹਿੰਦੇ ਮੇਰਾ ਸਤਿਗੁਰ ਇਦਾਂ ਦਾ ਨਹੀਂ ਸੀ। ਠੀਕ ਹੈ ਜੀ, ਹੁਣ ਦੇਖੋ ਕਿ ਇਹ ਕਿਵੇਂ ਦੇ ਬੰਦੇ ਤਿਆਰ ਕਰੇਗਾ। ਏਕਲ ਵਿਦਿਆਲਾ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦੇ ਬੰਦੇ ਤਿਆਰ ਕਰੇਗਾ ਜਿਹੜੇ ਉਸ ਰਾਸ਼ਟਰਵਾਦੀ ਐਂਗਲ ਤੋਂ ਦੇਖਣਗੇ। ਹਾਂ, ਉਹ ਕਿਵੇਂ ਦੇ ਬੰਦੇ ਤਿਆਰ ਹੋਣਗੇ ਕਿ ਜਿਨ੍ਹਾਂ ਦੇ ਸਾਹਮਣੇ ਇੱਕ ਦੇਸ਼ ਦੀਆਂ ਹੱਦਾਂ ਤੱਕ ਸੀਮਤ ਜਜ਼ਬਾ ਹੋਏਗਾ, ਨਾ ਕਿ ਮਨੁੱਖਤਾ ਦਾ ਦਰਦ। ਕਿਤੇ ਨਾ ਕਿਤੇ ਉਹ ਜਿਹੜਾ ਅਕਸ ਸਾਡੇ ਵਿੱਚ ਹੈਗਾ। ਠੀਕ ਹੈ ਜੀ, ਜਿਵੇਂ ਸ਼ਹੀਦ ਭਗਤ ਸਿੰਘ ਵਿੱਚ ਸੀਗਾ, ਉਹਨੂੰ ਗਦਰੀ ਬਾਬੇ ਬਹੁਤ ਪਿਆਰੇ ਸੀਗੇ। ਬਾਕੀ ਕੋਈ ਵੀ ਕਾਮਰੇਡ ਹੈ, ਸਚਿੰਦਰ ਛਾਨੇਵਾਲ ਹੋ ਗਿਆ, ਕੋਈ ਵੀ, ਉਹਨੇ ਕਿਤੇ ਵੀ ਆਪਣੀ ਲਿਖਤਾਂ ਦੇ ਵਿੱਚ ਗਦਰੀ ਬਾਬਿਆਂ ਦਾ ਜ਼ਿਕਰ ਨਹੀਂ ਕੀਤਾ। ਭਗਤ ਸਿੰਘ ਕਹਿੰਦਾ ਸੀਗਾ ਕਿ ਗੁਰੂ ਗੋਬਿੰਦ ਸਿੰਘ ਦਾ ਸਿੱਖ ਭਾਈ ਕਰਤਾਰ ਸਿੰਘ। ਠੀਕ ਹੈ, ਬਾਅਦ ਚੋਂ ਜਦੋਂ ਸਾਹਿਤ ਛਾਪਿਆ ਗਿਆ ਇਹ ਗੱਲਾਂ ਵਿੱਚੋਂ ਜਿਹੜੀ ਮਾਈਨਸ ਹੋਈਆਂ ਨੇ। ਹਾਂਜੀ, ਇਹ ਗੱਲਾਂ ਬਾਅਦ ਚੋਂ ਬੜੀ ਸੁੰਦਰ ਢੰਗ ਨਾਲ ਤੁਸੀਂ ਸਾਨੂੰ ਜਾਣਕਾਰੀਆਂ ਦਿੱਤੀਆਂ ਨੇ। ਸੋ ਦੋਸਤੋ, ਇੱਥੇ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਕਰਦਾ ਮੈਂ। ਵੀਰ ਜੀ ਨੇ ਗੱਲਾਂ ਦੀ ਜਿਹੜੀ ਸਾਨੂੰ ਜਾਣਕਾਰੀ ਦਿੱਤੀ ਹੈ, ਕਿਉਂਕਿ ਪਿੰਡ ਪੱਧਰ ਤੇ ਵਰਕ ਕਰਦੇ ਨੇ, ਬਟ ਮੈਨੂੰ ਹਰੇਕ ਦੀ ਗੱਲ ਸੁਣਨੀ ਪੈਂਦੀ ਹੈ। ਕਈ ਸੱਜਣ ਇੱਥੋਂ ਤੱਕ ਵੀ ਕਹਿ ਦਿੰਦੇ ਨੇ ਕਿ ਨਹੀਂ ਹਰਪ੍ਰੀਤ ਸਿੰਘ ਜੀ ਠੀਕ ਹੈ, ਫਲਾਣੇ ਬੰਦੇ ਨੇ ਬੜਾ ਵਰਕ ਕੀਤਾ, ਪਰ ਮੈਨੂੰ ਗਰਾਊਂਡ ਜ਼ੀਰੋ ਦੀ ਰਿਪੋਰਟ ਵੀ ਦੇਣੀ ਪੈਂਦੀ ਹੈ। ਉਹ ਵੀਰ ਕਹਿੰਦੇ ਕਿ ਭਾਵੇਂ ਅਸੀਂ ਪਿੰਡ ਪੱਧਰ ਤੇ ਕੰਮ ਕੀਤਾ ਪਰ ਤੁਸੀਂ ਸਾਡੀ ਸੁਣੀ ਤੇ ਨਹੀਂ, ਇਸ ਕਰਕੇ ਮੈਂ ਹਰੇਕ ਦੀ ਸੁਣਾਂਗਾ। ਪਿਛਲੇ ਦਿਨਾਂ ਦੇ ਵਿੱਚ ਵੀਰ ਹੀਰਾ ਸਿੰਘ ਬਲਟੋਆ ਨੇ ਸਾਡੇ ਨਾਲ ਕਾਫੀ ਗੱਲਾਂ ਬਾਤਾਂ ਦੀ ਸਾਂਝ ਪਾਈ ਸੀ, ਏਕਲ ਵਿਦਿਆਲਿਆ ਦੇ ਮੁੱਦੇ ਦੇ ਉੱਪਰ ਜਾਣਕਾਰੀਆਂ ਦਿੱਤੀਆਂ ਸੀ। ਜਾਣਕਾਰੀ ਦੁਨੀਆ ਨੂੰ ਜਦੋਂ ਹੀ ਅਕਾਲ ਚੈਨਲ ਦੇ ਰਾਹੀਂ ਡਿਲੀਵਰ ਹੋਈ ਤੇ ਬੜੇ ਵੀਰਾਂ ਨੇ ਕਿਹਾ ਕਿ ਮੈਂ ਇਹ ਕੰਮ ਕਰਨਾ ਚਾਹੁੰਦਾ ਵਾਂ, ਮੈਨੂੰ ਕਿਰਪਾ ਕਰਕੇ ਆਪਣਾ ਅਕਾਊਂਟ ਨੰਬਰ ਦਿੱਤਾ ਜਾਵੇ। ਪਰ ਮੈਂ ਬੇਨਤੀ ਫਿਰ ਕਰਦੇ ਹਾਂ, ਮੈਂ ਆਪਣੇ ਨਿੱਜੀ ਅਕਾਊਂਟ ਦੇ ਅੰਦਰ ਕਦੀ ਇਸ ਤਰ੍ਹਾਂ ਦਾ ਕਾਰਜ ਨਹੀਂ ਕਰਦਾ। ਜਦੋਂ ਅਸੀਂ ਕੋਈ 5 ਮੈਂਬਰੀ ਕਮੇਟੀ ਬਣਾਵਾਂਗੇ, 5 ਮੈਂਬਰੀ ਕਮੇਟੀ ਤੋਂ ਬਾਅਦ ਕੋਈ ਇਸ ਤਰੀਕੇ ਦਾ ਪ੍ਰੋਸੀਜਰ ਚੱਲੇਗਾ ਵੀ ਪਿੰਡ ਪੱਧਰ ਦੇ ਉੱਪਰ ਅਸੀਂ ਕਿਵੇਂ ਸਾਂਭਣਾ, ਤੇ ਮੇਰੇ ਖਿਆਲ ਦੇ ਵਿੱਚ ਮਸਲੇ ਹੱਲ ਹੋਣ ਦੀ ਸੰਭਾਵਨਾ ਹੈ। ਸੋ ਦੋਸਤੋ, ਗੱਲ ਬੜੀ ਗਜ਼ਬ ਦੀ ਹੈ। ਇੱਕ ਹੁੰਦਾ ਹੈ ਵੀ
ਜਿਨ੍ਹਾਂ ਨੇ ਵਿਦਿਆਲਿਆ ਖੋਲ੍ਹਿਆ ਉਹਨਾਂ ਨੂੰ ਫਾਇਦਾ ਕੀ ਤੇ ਸਿੱਖਾਂ ਨੂੰ ਇਹਦਾ ਨੁਕਸਾਨ ਕੀ। ਇੱਕ ਬੇਨਤੀ ਕਰਦੇ, ਜਿੰਨੀ ਦੇਰ ਤੱਕ ਤੁਹਾਡਾ ਸਿੱਖ ਐਜੂਕੇਸ਼ਨ ਬੋਰਡ ਨਹੀਂ ਹੈ ਨਾ, ਉਨੀ ਦੇਰ ਤੱਕ ਤੁਹਾਨੂੰ ਪ੍ਰੋਬਲਮਸ ਰਹਿਣਗੀਆਂ। ਪਰ ਜੇ ਕਿਤੇ ਸਿੱਖ ਐਜੂਕੇਸ਼ਨ ਬੋਰਡ ਦੀ ਗੱਲ ਕਰੀਏ ਤੇ ਫਿਰ ਸਾਡੇ ਕਈ ਐਸੇ ਸੱਜਣ ਨੇ ਜਿਹੜੇ ਮੂੰਹ ਦੇ ਵਿੱਚ ਘੁੰਗਣੀਆਂ ਪਾ ਕੇ ਬਹਿ ਜਾਂਦੇ ਨੇ। ਬੜਾ ਕੁਝ ਕਰਨ ਵਾਲਾ ਹੈ। ਕਿਤਾਬਾਂ ਲਿਖਤਾਂ ਦੇ ਅੰਦਰ ਸਿੱਖ ਗੁਰੂਆਂ ਨੂੰ ਜਦੋਂ ਅੱਤਵਾਦੀ ਲਿਖ ਦਿੱਤਾ ਜਾਂਦਾ ਹੈ, ਬੜਾ ਦੁੱਖ ਲੱਗਦਾ ਉਦੋਂ ਕਿ ਸਾਡੇ ਗੁਰੂ ਸਾਹਿਬਾਨਾਂ ਦੀ ਸੋਚ ਐਸੀ ਸੀ ਜੈਸੀ ਅੱਜ ਬੱਚਿਆਂ ਨੂੰ ਪੜ੍ਹਾਈ ਜਾ ਰਹੀ ਹੈ। ਪਰ ਕਿਉਂ ਪੜ੍ਹਾਈ ਜਾ ਰਹੀ ਹੈ ਕਿ ਜਿਹੜੇ ਬੱਚੇ ਨੇ ਉਹ ਸਿਰਫ ਔਰ ਸਿਰਫ ਗੁਰੂ ਸਾਹਿਬਾਨਾਂ ਨੂੰ ਇੱਕ ਦੇਸ਼ ਭਗਤ ਵਜੋਂ, ਇੱਕ ਰਾਸ਼ਟਰਵਾਦੀ ਵਜੋਂ ਵੇਖਣ। ਉਹ ਇਹ ਨਾ ਦੇਖਣ ਕਿ ਇਹਨਾਂ ਦੇ ਅੰਦਰ ਬਹੁਤ ਵੱਡਾ ਮਾਨਵਤਾ ਦਾ ਦਰਦ ਸੀ। ਸੋ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ 'ਤੇ ਬੜਾ ਧਿਆਨ ਦੇਣ ਦੀ ਲੋੜ ਹੈ ਤੇ ਆਪਣੇ ਆਪ ਸੁਚੇਤ ਹੋਣ ਦੀ ਲੋੜ ਹੈ। ਮੈਨੂੰ ਲੱਗਦਾ ਵੀ ਸਭ ਤੋਂ ਪਹਿਲੀ ਕਲਾਸ ਤੇ ਮਾਪੇ ਹੁੰਦੇ ਆ। ਜੇ ਬੱਚਿਆਂ ਨੂੰ ਗੁਰਮਤਿ ਦੀ ਘਸਵੱਟੀ ਵਿੱਚੋਂ ਕੱਢਿਆ ਹੋਵੇ ਨਾ, ਤੇ ਮੇਰੇ ਖਿਆਲ ਦੇ ਵਿੱਚ ਕੋਈ ਏਕਲ ਵਿਦਿਆਲਿਆ ਨਾਮ ਦੀ ਸੰਸਥਾ ਜਾਂ ਉਹਨਾਂ ਦੇ ਸਾਹਿਤ ਦਾ ਪ੍ਰਭਾਵ ਸਾਡੇ ਬੱਚਿਆਂ 'ਤੇ ਨਹੀਂ ਪੈਂਦਾ। ਉਹ ਕਮਜ਼ੋਰ ਤੇ ਅਸੀਂ ਆਪ ਹੀ ਹੋਏ ਹਾਂ। ਆਪਣੇ ਬੱਚਿਆਂ ਨੂੰ ਉਸ ਘਸਵੱਟੀ ਦੇ ਵਿੱਚੋਂ ਕੱਢਿਆ ਹੀ ਨਹੀਂ। ਕੱਢਿਆ ਹੁੰਦਾ ਅੱਜ ਮਸਲੇ ਹੱਲ ਹੋਏ ਹੋਣੇ ਸੀ। ਸੋ ਖੈਰ ਦੋਸਤੋ, ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਫਿਰ ਦੁਬਾਰਾ ਹਾਜ਼ਰ ਹੋਵਾਂਗਾ ਤੇ ਸਤਿਕਾਰਯੋਗ ਵੀਰ ਜੀ ਦਾ ਮੈਂ ਧੰਨਵਾਦੀ ਹਾਂ। ਇਹ ਗੁਰਦਾਸਪੁਰ ਤੋਂ ਚੱਲ ਕੇ ਅੱਜ ਮਖੂ ਦੀ ਧਰਤੀ ਤੇ ਮੇਰੇ ਕੋਲ ਆਏ ਨੇ, ਕਿਉਂਕਿ ਮੈਂ ਅੱਜ ਕੋਸ਼ਿਸ਼ ਕੀਤੀ ਸੀ ਦਰਿਆਵਾਂ ਨੂੰ ਕਵਰ ਕਰਨ ਦੀ, ਵੀ ਦਰਿਆਵਾਂ ਤੇ ਜਾ ਕੇ ਦੱਸਾਂ ਵੀ ਕਿੱਥੋਂ ਮਾਰ ਪੈ ਰਹੀ ਹੈ, ਪ੍ਰੋਬਲਮ ਕਿੱਥੇ ਆ, ਦਿੱਕਤ ਕਿੱਥੇ ਆ ਰਹੀ ਹੈ। ਤੇ ਵੀਰ ਜੀ ਨੇ ਬੜੀਆਂ ਸੁੰਦਰ ਸਾਨੂੰ ਵਿਚਾਰਾਂ ਦਿੱਤੀਆਂ ਨੇ। ਸੋ ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਆਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।